मारवाड़ जैसे नीर बालहा बेल बालहा कर हला ज्यों कुरंक निसनाद बालहा त्यों मेरा मन राह मैया। वाहिगुरु जी का खालसा वाहिगुरु जी की फतेह। गुरु प्यारी साध संगत जीओ, दिल्ली दियां बरूहां दे उत्ते असीं डटे होए हां और मारवाड़ दी गल कीती है क्योंकि हालात मारवाड़ वर्गे ही बने हुए ने। कड़कदी धुप्प जिहड़ी है तुसीं बाहर वेख सकदे हो निकली हुई है, पर इस कड़कदी धुप्प दे विच मनां दे विच ठंड वरताउण दे लई गुरु रामदास साहिब सच्चे पातशाह महाराज जी दे दर दे वरसाए हुए श्रोमणी कीर्तनीय इस वक्त मेरे नाल मौजूद ने। भाई साहब भाई रणधीर सिंह जी, आओ उन्हां दा स्वागत करिए ते गलबात होर करांगे क्योंकि गल होनी है गुरु रामदास महाराज जी दे दर घर दी ही। भाई जी वाहिगुरू जी का खालसा वाहिगुरू जी की फतेह जी। सो सब तो पहलां तां तुसीं ਵਧਾਈ ਦੇ ਪਾਤਰ ਹੋ क्योंकि ਤੁਹਾਡੀ रसना ਦੇ ਦੁਆਰਾ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਹੈਗਾ ਉਹ ਬਹੁਤ ਸਾਰੇ ਘਰਾਂ ਤੱਕ ਪਹੁੰਚਦਾ, ਤਨਾਂ ਮਨਾਂ ਦੇ ਵਿੱਚ ਪਹੁੰਚਦਾ। ਕਈ ਵਾਰੀ ਵਿਖੜੇ ਸ਼ਬਦ ਜਿਹੜੇ ਅਸੀਂ ਸ਼ਾਇਦ ਕਦੇ ਹੋਰ ਸੁਣੇ ਨਹੀਂ ਹੁੰਦੇ ਤੁਹਾਡੀ ਰਸਨਾ ਦੁਆਰਾ ਸੁਣ ਲੈਂਦੇ ਹੈਗੇ ਆ। ਸੋ ਪਹਿਲਾਂ ਤਾਂ ਇਹ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਜੀ, ਪਹਿਲਾਂ ਤਾਂ ਥੋੜ੍ਹਾ ਜਿਹਾ ਇਸ ਮਾਹੌਲ ਦੇ ਨਾਲ ਸੰਗਤਾਂ ਨੂੰ ਜੋੜ ਦਈਏ, ਕਿੱਦਾਂ ਲੱਗੇ ਜੀ ਇੱਥੇ ਆ ਕੇ? ਫਿਰ गुरु प्यारी साध संगत जी, वाहिगुरू जी का खालसा वाहिगुरू जी की फतेह। इत्थे अज सच्चे पातशाह गरीब निवास पिता गुरु रामदास महाराज की बख्शिश द्वारा ਸਿੰਘਾਂ ਵੱਲੋਂ हुक्म होया सी कि हाज़री भरनी है। विसाखी का दिहाड़ा सारी सिख संगत बड़े शरधा नाल मना रहे ने, तो उस संबंध विच मैनू भी हुक्म किया, तो हुक्म की पालना तो बड़ा इत्थे आके कुछ मन उदास भी होया भी जिस तरह के हालात ने ये चंगे नहीं है। जिस तरह रह रहे हैं असी रह रहे हैं, इत्थे भी रह रहे हैं साढ़े भैन भाई ने, तो बड़ा मुश्किल है, कहना सौखा है घर बार त्यागने। और तो फिर मारे कहते कौन जाना पीर पराई हम ना ही चिंत पराई। तो ਜਿਹੜਾ इस संताप ਨੂੰ ਹੰਢਾ ਰਿਹਾ भाई ਉਸ ਨੂੰ ਪਤਾ है। बाकी ਜਿਹੜੇ ਏਸੀ 'ਚ ਬੈਠੇ ਘਰਾਂ 'ਚ ਬੈਠੇ ਨੇ ਉਹ नहीं इसनूं समझ सकते। ਜਿਹੜਾ ਇੱਥੇ प्रैक्टिकल आके मैं देखिया दुख होया। तो अरदास है गरीब निवास सच्चे पातशाह ये सुख शांति अपने घरां नूं जाण और ਜਿਹੜੇ कानून ने काले कानून इन्हां नूं सरकार वापस लवे और खुशियां लैके सिख संगत जिहड़ी है अपने वापस घरां नूं जावे। सारी कली सिख संगत नहीं, होर भी सारा ही हिंदुस्तान जिहड़ा वो इस संघर्ष दे विच उन्होंने साथ दिता, साथ दे रहे हैं और सारिਆਂ ਨੂੰ गरीब नवाज ਜਿਹੜੀ ਹੈ ਉਹਨਾਂ ਦੀ ਮਨੋਕਾਮਨਾ ਪੂਰੀ ਕਰੇ। ਸਿੰਘ ਸਾਹਿਬ ਤੁਸੀਂ ਜਦੋਂ ਸ਼ਬਦ ਪੜ੍ਹਦੇ ਹੈਗੇ ਆ, ਬਹੁਤ ਸਾਰੇ ਸ਼ਬਦ ਹੁੰਦੇ ਆ, ਖਾਸ ਤੌਰ ਦੇ ਉੱਤੇ ਵੈਸੇ ਤਾਂ ਸਾਰੇ ਹੀ ਕੀਰਤਨੀਏ ਬਹੁਤ ਬਾਕਮਾਲ ਨੇ ਜਿੰਨੇ ਵੀ ਦਰਬਾਰ ਸਾਹਿਬ ਸੇਵਾ ਕਰਦੇ ਆ, ਪਰ ਮੈਂ ਵੇਖਿਆ ਹੈਗਾ ਤੁਸੀਂ ਬਹੁਤ ਸਾਰੇ ਖਾਸ ਤੌਰ ਦੇ ਉੱਤੇ ਜਿਹੜੇ ਸ਼ਬਦ ਅਸੀਂ ਕਦੇ ਸੁਣੇ ਨਹੀਂ ਹੁੰਦੇ। ਸੋ ਇੰਨੀ ਜਿਹੜੇ ਬਾਣੀ ਕੰਠ ਹੈ ਉਹ ਕੰਠ ਕਿਵੇਂ ਕਰਦੇ ਹੋ? ਇਹ ਮੈਂ ਕੋਈ ਮੇਰੀ ਇਹ ਸਿਆਣਪ ਨਹੀਂ ਹੈ कि भी मैं भाई रणधीर सिंह करता है, ये नहीं, ये गुरु साहब कराते हैं, सच्चे पातशाह महाराज कराते हैं, ये ਉਹਦੀ ਵਡਿਆਈ है। ਅੱਜ ਕੱਲ੍ਹ ਅਸੀਂ ਵੇਖਿਆ ਹੈਗਾ ਕਈ ਵਾਰੀ ਕੀਰਤਨੀ ਹੈਗੇ ਆ ਜਾਂ ਜਿਹੜੇ ਨਵੇਂ ਹੁੰਦੇ ਆ, ਥੋੜ੍ਹੇ ਸਿੱਖਣ ਵਾਲੇ ਹੁੰਦੇ ਆ, ਨਵੇਂ ਵਿਦਿਆਰਥੀ, ਉਹ ਮੋਬਾਈਲ ਦਾ ਵੀ ਸਹਾਰਾ ਲੈ ਲੈਂਦੇ ਹੈਗੇ ਆ। ਹਾਲਾਂਕਿ ਕੋਈ ਬੁਰੀ ਗੱਲ ਵੀ ਨਹੀਂ ਹੈਗੀ ਜੇ ਨਹੀਂ ਅਸੀਂ ਕੋਈ ਗਲਤ ਸ਼ਬਦ ਬੋਲਣ ਦੀ ਬਜਾਏ ਅਸੀਂ ਮੋਬਾਈਲ ਜੇ ਰੱਖ ਲਈਏ ਹੋਰ ਰੱਖ ਲਈਏ, ਪਰ ਇਹਦੀ ਸ਼ਲਾਘਾ ਕਰਨੀ ਪਊਗੀ। ਤਾਂ ਮਿਹਨਤ ਕਿੱਦਾਂ ਕਰਦੇ ਹੋ? ਜਿਹੜੇ ਪੁਰਾਣੇ ਸਾਡੇ ਕੀਰਤਨੀ ਸੀਗੇ ਮਿਹਨਤ ਬਹੁਤ ਕਰਿਆ ਕਰਦੇ ਸੀ, ਤੁਸੀਂ ਪੁਰਾਣਾ ਸਮਾਂ ਵੀ ਵੇਖਿਆ ਹੈਗਾ, ਤੁਸੀਂ ਅੱਜ ਦਾ ਸਮਾਂ ਵੀ ਵੇਖਿਆ ਹੈਗਾ। ਸੋ ਕਿਸ ਤਰੀਕੇ ਦੀ ਉਸ ਵਕਤ ਘੱਲਣੀ ਪੈਂਦੀ ਸੀ ਇੱਕ ਕੀਰਤਨੀ ਨੂੰ, ਜੇ ਮੈਂ ਗੱਲ ਕਰਾਂ ਜੀ? ਦੇਖੋ ਗੱਲ ਇਹ ਹੈ ਵੀ ਜੇ ਕੀਰਤਨ ਦੀ ਗੱਲ ਕਰੀਏ ਨਾ, ਕੀਰਤਨ ਦੀ ਗੱਲ ਕਰੀਏ, ਕੀਰਤਨ ਦੀ ਜਿਹੜਾ ਸਾਡੇ ਝੋਲੇ ਪਾਇਆ ਸੀ ਉਹ ਤਾਂ ਮੈਂ ਆਮ ਕਹਿਣਾ ਸਟੇਜਾਂ 'ਤੇ ਕਹਿਣਾ ਮੈਂ ਵੀ ਉਹ ਪੰਥ ਨੇ ਸਾਂਭੇ ਨਹੀਂ ਕੀਰਤਨ, ਉਹ ਰਾਗੀ ਨਹੀਂ ਸਾਂਭੇ, ਉਹ ਰਾਗੀ ਨਹੀਂ ਸਾਂਭੇ। ਜਿਹੜੇ ਸੀਨਾ ਪਸੀਨਾ ਜਿਹੜਾ ਖਜ਼ਾਨਾ ਤੁਰਿਆ ਆ ਰਿਹਾ ਸੀ ਸੱਚੇ ਪਾਤਸ਼ਾਹ ਤੋਂ, ਉਹ ਮੈਂ ਪੋਟਿਆਂ 'ਤੇ ਗਿਣ ਸਕਦਾ। ਇਸ ਤਰ੍ਹਾਂ ਪੋਟਿਆਂ 'ਤੇ ਗਿਣ ਸਕਦੇ ਆ ਰਾਗੀ ਜਿਹੜੇ ਜਿਨ੍ਹਾਂ ਨੇ ਉਹ ਸਾਂਭ ਕੇ ਰੱਖੇ ਆ। ਪਰ ਜਿਹੜੇ ਅਮੁੱਲ ਜਿਨ੍ਹਾਂ ਦੀ ਕੀਮਤ ਨਹੀਂ ਸੀ, ਸੱਚਖੰਡ ਵਾਸੀ ਪਿਤਾ ਜੀ ਭਾਈ ਬਖਸ਼ੀਸ਼ ਸਿੰਘ ਜੀ, ਸੱਚਖੰਡ ਵਾਸੀ ਪਿਤਾ ਜੀ ਭਾਈ ਬਲਬੀਰ ਸਿੰਘ ਜੀ, ਭਾਈ ਸਮੂੰਦ ਸਿੰਘ ਜੀ महाराज जी, संत सुजान सिंह जी महाराज, तो महान रूहां सी वो, तो कित्थे साਂਭਿਆ ਸੀ ਉਹਨਾਂ ਨੂੰ। ਹੁਣ ਮੈਨੂੰ ਜੇ ਸਾਂਭਿਆ ਹੁੰਦਾ ਤੇ ਹੁਣ ਜਿਹੜੀਆਂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਐਸੀਆਂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਤੁਰਕੀ ਬਾਣੀ ਆਈ ਤਨ ਸਗਲ ਚਿੰਤ ਮਟਾਈ। ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਐਸੀਆਂ ਧੁਨਾਂ ਨੇ, ਲੱਲਾ ਬਹਿਲੀਮਾ ਕੀ ਧੁਨੀ, ਟੁੰਡੇ ਇਸ ਰਾਜੇ ਕੀ ਧੁਨੀ, ਤਾਂ ਹੋਰ ਧੁਨੀਆਂ ਨੇ ਐਸੀਆਂ ਵੀ ਸਾਨੂੰ ਪਤਾ ਹੀ ਨਹੀਂ ਵੀ ਕਿਸ ਤਰ੍ਹਾਂ ਗਾਉਣੀਆਂ। ਉਹ ਕਿਉਂ ਨਹੀਂ ਪਤਾ? ਕਿਉਂਕਿ ਸਾਂਭੇ ਨਹੀਂ ਸੀ ਉਹ ਰਾਗੀ ਨਹੀਂ ਸਾਂਭੇ। ਤਾਂ ਜੋ ਅਜੋਕਾ ਜੋ ਕੀਰਤਨ ਹੋ ਰਿਹਾ ਹੈ, ਤੇ ਤੁਸੀਂ ਮੋਬਾਈਲ ਦੀ ਗੱਲ ਕੀਤੀ ਹੈ, ਤਾਂ ਮਹਾਰਾਜ ਕਹਿੰਦੇ ਬਾਣੀ ਕੰਠ ਕਰੋ। ਇਹ ਤਾਂ ਕੰਠ ਕਰਨ ਦਾ ਵਿਸ਼ਾ ਹੈ। ਬਾਣੀ ਕੰਠ ਪੈਸਾ ਗੰਠ, ਬਾਣੀ ਕੰਠ ਪੈਸਾ ਗੰਠ। ਪੈਸਾ ਗੰਠ ਦਾ ਮਤਲਬ ਪੈਸੇ ਨੂੰ ਗੰਠ ਮਤਲਬ ਕਿ ਉਹਨੂੰ ਸਾਂਭ ਕੇ ਰੱਖੋ, ਪੈਸੇ ਨੂੰ ਔਖੇ ਵੇਲੇ ਕੰਮ ਆਏਗਾ। ਔਰ ਗੁਰਬਾਣੀ ਕੰਠ ਕਰੋ, ਜਿੱਥੇ ਮਰਜ਼ੀ ਬਹਿ ਕੇ ਪੜ੍ਹ ਲਓ। ਗੁਰਬਾਣੀ ਕੰਠ ਕਰੋ, ਜਿੱਥੇ ਮਰਜ਼ੀ ਬਹਿ ਕੇ ਪੜ੍ਹ ਲਓ, ਚਾਹੇ ਰੋਹੀ ਵੀ ਆ ਬੰਜ ਪੜ੍ਹ ਲਓ, ਲੱਗੀ ਸਮਝ। ਜਿੱਥੇ ਨੈਟ ਨਹੀਂ ਚੱਲਦਾ ਉੱਥੇ ਪੜ੍ਹ ਲਓ। ਹੁਣ ਜੇ ਫਰਜ਼ ਕੋ ਨੈਟ ਖਤਮ ਹੋ ਜਾਏ, ਗੱਲ ਖਤਮ। ਦੂਜੀ ਗੱਲ ਇਹ ਹੈ ਕਿ ਮੇਰੇ ਗੁਆਂਢ 'ਚ ਇੱਕ ਬੱਚਾ ਸਾਡਾ ਹੀ ਆ, ਉਹ ਮੈਨੂੰ ਕਹਿੰਦਾ ਮਾਸਟਰ ਜੀ ਮੈਂ ਤੋਂ ਸੁਣੋ ਸ਼੍ਰੀ ਜਪਜੀ ਸਾਹਿਬ ਦਾ ਪਾਠ। ਮੈਂ ਕਿਹਾ ਸੁਣਾ। ਉਹ ਜਦੋਂ ਪੌੜੀ ਆਈ ਸਾਚਾ ਸਾਹਿਬ ਸੱਚ ਨੇ ਭਾਖਿਆ ਭਾਓ ਪਾਰ, ਉਹਦੇ ਵਿੱਚ 24 ਸ਼ਬਦ ਹੈ। ਸਾਚਾ ਸਾਹਿਬ ਸੱਚ ਨੇ ਭਾਖਿਆ ਭਾਓ ਅਪਾਰ, ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮਹਾਉ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ 24। ਹੁਣ ਮੋਬਾਈਲ 'ਤੇ ਲਿਖਿਆ ਵਿਚਾਰ ਬਾਬੇ ਨੂੰ ਸਿਆਰੀ, ਤੇ ਮੈਂ ਦੇਖ ਕੇ ਹੈਰਾਨ। ਮੈਂ ਆ ਯਾਰ ਇਹ ਬੇਟੇ ਕੀ ਗੱਲ ਹੋ ਗਈ? ਫਿਰ ਮੈਨੂੰ ਕਿਹਾ ਮੈਂ ਦੂਜਾ ਸੁੰਦਰਗੜ੍ਹ ਕਾ ਕੱਢ ਮੋਬਾਈਲ 'ਚੋਂ, ਉਹਦੇ ਵਿਚਾਰ, ਕਿਉਂਕਿ ਦਮਦਮੀ ਟਕਸਾਲ ਉਹ ਰੱਖਦੇ ਨੇ ਗੁਰਬਾਣੀ ਦਾ ਖਿਆਲ। ਤਾਂ ਮੈਂ ਸਮਝਦਾ ਵੀ ਇਹ ਚਾਲ ਹੈ, ਮੋਬਾਈਲ ਤੋਂ ਨਹੀਂ ਕਰਨਾ ਚਾਹੀਦਾ ਪੜ੍ਹ, ਬਿਲਕੁਲ ਗਲਤ। ਮੈਂ ਇਹਦੇ ਖਿਲਾਫ ਹਾਂ। ਬਾਣੀ ਕੰਠ ਕਰੋ, ਬਾਣੀ ਕੰਠ ਕਰਕੇ ਗਾਓ, ਨਾਲੇ ਤੁਹਾਡੀ ਬਿਰਤੀ ਇਕਾਗਰ ਹੋਵੇ। ਹੁਣ ਪੁਰਾਣੇ ਕੀਰਤਨੀਏ ਉਦੋਂ ਕਿਹੜੇ ਮੋਬਾਈਲ ਹੁੰਦੇ ਸੀ? ਇੰਨੇ ਨਹੀਂ ਬਾਣੀ। ਮੈਨੂੰ ਸਿੰਘ ਬ੍ਰਦਰ ਵਾਲੇ ਪਿਤਾ ਜੀ ਸੱਚਖੰਡ ਵਾਸਾ ਚਲੇ ਗਏ, ਭਾਈ ਸਤਨਾਮ ਸਿੰਘ ਜੀ, ਉਹ ਮੇਰਾ ਬੜਾ ਸਤਿਕਾਰ ਕਰਦੇ ਸੀ, ਸਿੰਘ ਬ੍ਰਦਰਜ਼ ਸ਼੍ਰੀ ਅੰਮ੍ਰਿਤਸਰ ਸਾਹਿਬ। ਉਹ ਮੈਨੂੰ ਕਹਿੰਦੇ ਭਾਈ ਸੁਰਿੰਦਰ ਸਿੰਘ ਦੀ ਵਾਰੀ ਕੀਰਤਨ ਅਕਾਲੀ ਮਾਰਕੀਟ, ਤੇ ਉਹ ਕਹਿੰਦੇ 1 ਮਹੀਨੇ ਪਿੱਛੋਂ ਮਤਲਬ ਸ਼ਬਦ ਦੀ ਵਾਰੀ ਆਉਂਦੀ ਸੀ, 1 ਮਹੀਨੇ ਪਿੱਛੋਂ। ਇੰਨੀ ਬਾਣੀ ਕੰਠ ਸੀ ਉਹਨਾਂ ਦੇ ਵੀ ਇੱਕ ਸ਼ਬਦ ਅੱਜ ਪੜ੍ਹਿਆ ਨਾ ਉਹਦੀ ਵਾਰੀ ਮਹੀਨੇ ਪਿੱਛੋਂ ਆਉਣੀ ਹੈ। ਹੁਣ ਤੁਸੀਂ ਲਾ ਲਓ ਹਿਸਾਬ ਵੀ ਉਦੋਂ ਕਿਹੜਾ ਮੋਬਾਈਲ ਸੀ। ਤੇ ਇਹ ਵੀ ਹੈਗਾ ਬਾਬਾ ਜੀ, ਜਿੱਦਾਂ ਅਸੀਂ ਜੇ ਕੰਠ ਹੋਵੇ ਬਾਣੀ ਤਾਂ ਉਹਦਾ ਪੜ੍ਹਨ ਵਾਲੇ ਨੂੰ ਵੀ ਰਸ ਵੱਧ ਆਉਂਦਾ ਹੈ। ਰਸ ਆਏਗਾ, ਕਿਉਂਕਿ ਜਦੋਂ ਅਸੀਂ ਬਿਨਾਂ ਦੇਖੇ ਪੜਾਂਗੇ ਤੇ ਅਸੀਂ ਆਪਣੇ ਅੰਦਰ ਜਾਵਾਂਗੇ, ਧਿਆਨ ਆਪਣੇ ਅੰਦਰ ਲਿਜਾਵਾਂਗੇ। ਜਿਸ ਤਰ੍ਹਾਂ ਮਸਕੀਨ ਸਾਹਿਬ ਕਹਿੰਦੇ ਆ ਨਾ ਵੀ ਜਦੋਂ ਅਸੀਂ ਉਹਨੂੰ ਬਾਣੀ ਜਪਾਂਗੇ, ਕੰਠ ਹੋਊਗੀ ਬਾਣੀ, ਤਾਂ ਸਾਡਾ ਧਿਆਨ ਲੱਗੇਗਾ। ਤੇ ਜੇ ਕੰਠ ਨਹੀਂ ਹੋਊਗਾ ਤਾਂ ਦੇਖ ਕੇ ਧਿਆਨ ਸਾਡਾ ਬਾਹਰ ਜਾਊਗਾ। ਇਹ ਕੋਈ ਸੌਖਾ ਕੰਮ ਥੋੜ੍ਹਾ ਵੀ ਖਾਲਾ ਜੀ ਦਾ ਬਾਣੀ ਕੋਈ ਖੇਡ ਆ। ਬਾਣੀ ਖੇਡ ਨਹੀਂ, ਇਹ ਤਾਂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਬਖਸ਼ੀ ਹੈ। ਪੜ੍ਹ ਕੇ ਸਾਡਾ ਜਿਹੜਾ ਮਨੋਰਥ ਹੈ ਇੱਥੇ ਆਉਣ ਦਾ ਸੰਸਾਰ 'ਤੇ, ਉਹ ਇਹ ਹੈ ਵੀ ਬਾਣੀ ਪੜ੍ਹ ਕੇ ਅਸੀਂ ਉਹਦੇ 'ਚ ਭੇਦ ਹੋਣਾ। ਜਿਹੜਾ ਬੰਦਾ ਬਾਣੀ ਨੂੰ ਸਤਿਕਾਰ ਕਰਦਾ, ਬਾਣੀ ਨੂੰ ਪਿਆਰ ਕਰਦਾ, ਬਾਣੀ ਫਿਰ ਉੱਥੇ ਲੈ ਜਾਂਦੇ ਜਿੱਥੋਂ ਆਈ ਹੈ। ਕਿੱਥੋਂ ਆਈ ਹੈ? ਸੱਚਖੰਡ ਤੋਂ ਤੁਰਕੀ ਬਾਣੀ ਆਈ, ਇਹ ਤੁਰਕੀ ਬਾਣੀ ਹੈ, ਉੱਥੇ ਲੈ ਜਾਂਦੀ ਹੈ। ਅੱਛਾ ਬਾਬਾ ਜੀ, ਮੈਨੂੰ ਇਹ ਜ਼ਰੂਰ ਦੱਸੋ, ਹੁਣ ਮੇਰੇ ਜ਼ਿਹਨ ਦੇ ਵਿੱਚ ਆਇਆ, ਕਈ ਵਾਰੀ ਅਸੀਂ ਕਹਿੰਦੇ ਹੈਗੇ ਆ ਵੀ ਬਾਣੀ ਨੂੰ ਸਮਝ ਕੇ ਪੜ੍ਹਨਾ ਚਾਹੀਦਾ, ਪਰ ਕਈ ਲੋਕੀ ਕਹਿੰਦੇ ਵੀ ਜੇ ਬਾਣੀ ਬੇਸ਼ੱਕ ਤੁਹਾਨੂੰ ਸਮਝ ਵੀ ਨਾ ਆਵੇ ਤਾਂ ਵੀ ਤੁਹਾਨੂੰ ਪੜ੍ਹਨੀ ਚਾਹੀਦੀ ਹੈ, ਉਹਦਾ ਵੱਖਰਾ ਆਨੰਦ ਹੈ, ਉਹ ਓਨਾ ਹੀ ਅਸਰ ਰੱਖਦੀ ਹੈ। ਤੁਹਾਡਾ ਕੀ ਮੰਨਣਾ ਜੀ? ਬਿਲਕੁਲ ਠੀਕ ਹੈ, ਬਿਲਕੁਲ। ਜਿਸ ਤਰ੍ਹਾਂ ਮਸਕੀਨ ਸਾਹਿਬ ਕਹਿੰਦੇ ਆ ਵੀ ਸ਼੍ਰੀ ਜਪਜੀ ਸਾਹਿਬ ਦੇ ਪਤਾ ਨਹੀਂ ਕਿੰਨੇ ਟੀਕੇ ਗਣਾਉਂਦੇ ਆ, ਕਿੰਨੇ ਟੀਕੇ ਗਣਾਉਂਦੇ ਆ, ਅਨਮਤੀਆਂ ਦੇ, ਗੈਰ ਮਤਾਂ ਦੇ, ਸਿੱਖ ਮਤ ਦੇ। ਸਿੱਖਾਂ ਨੇ ਵੀ ਕਈ ਟੀਕੇ ਕੀਤੇ ਆ, ਪਰ ਉਹ ਇੱਕ ਟੀਕਾ ਦੂਜੇ ਨਾਲ ਮੇਲ ਨਹੀਂ ਖਾਂਦਾ, ਦੂਜਾ ਤੀਜੇ ਨਾਲ ਮੇਲ ਨਹੀਂ ਖਾਂਦਾ, ਤੀਜਾ ਚੌਥੇ ਨਾਲ ਮੇਲ ਨਹੀਂ ਖਾਂਦਾ। ਉਹ ਤਾਂ ਸੱਚੇ ਪਾਤਸ਼ਾਹ ਮਾਫ ਕਰਨ, ਆਪ ਆਪਣੀ ਬੁੱਧ ਹੈ ਜੇਤੀ। ਉਹ ਤਾਂ ਜਿੰਨਾ ਕੁ ਸਾਨੂੰ ਗਿਆਨ ਹੈ, ਜਿੰਨਾ ਕੁ ਗਿਆਨ ਹੈ, ਸਮੁੰਦਰ ਹੈ, ਸਮੁੰਦਰ ਦੇ ਵਿੱਚ ਹੁਣ ਜਿੰਨਾ ਅਗਲਾ ਮਤਲਬ ਡੂੰਘਾ ਜਾਊਗਾ ਉਹਨੇ ਹੀਰੇ ਮੋਤੀ ਕੱਢ ਕੇ ਲਿਆਊਗਾ। ਕੋਈ ਸਮੁੰਦਰ ਦਾ ਕੋਈ ਡੂੰਘਾਈ ਮਾਪ ਸਕਦਾ? ਤੁਸੀਂ ਕੀ ਮੰਨਦੇ ਹੋ ਵੀ ਜੇ ਮੰਨ ਲਓ ਅੱਜ ਕਿਸੇ ਬੰਦੇ ਨੂੰ ਉਹ ਅਰਥ ਨਹੀਂ ਸਮਝ ਆ ਰਹੇ, ਉਹ ਬਾਣੀ ਪੜ੍ਹ ਰਿਹਾ, ਕਿ ਉਹਦੇ ਨਾਲ ਉਹਦੀ ਸਮਝ ਵੀ ਵੱਧਦੀ ਰਹੂਗੀ ਜਿਉਂ-ਜਿਉਂ ਬਾਣੀ ਪੜ੍ਹਦਾ ਹੈਗਾ? ਨਹੀਂ, ਜੇ ਬਾਣੀ ਨੂੰ ਪ੍ਰੇਮ ਕਰੋਗੇ ਤੇ ਬਾਣੀ ਆਪੇ ਹੀ ਰਸਤਾ ਦੇਊਗੀ। ਇਹ ਥੋੜੋ ਵੀ ਤੁਸੀਂ ਜੇ ਅਰਥ ਨਹੀਂ ਉਹਦੇ, ਠੀਕ ਹੈ ਅਰਥ ਸਾਨੂੰ ਆਉਣੇ ਚਾਹੀਦੇ ਆ, ਪਰ ਜੇ ਅਰਥ ਨਾ ਵੀ ਆਉਣ ਤਾਂ ਉਹ ਅਸਰ ਤਾਂ ਕਰੂਗੀ ਗੁਰਬਾਣੀ। ਪਰ ਸ਼ਰਤ ਇਹ ਵੀ ਸ਼ਰਧਾ ਨਾਲ ਪੜੋ ਉਹਨੂੰ। ਇਹ ਗੁਰੂ ਦੀ ਬਾਣੀ ਹੈ, ਇਹ ਸੱਚੇ ਪਾਤਸ਼ਾਹ ਦੀ ਬਾਣੀ ਹੈ, ਮੁਖਾਰਬਿੰਦ ਤੋਂ ਉਚਾਰਨ ਕੀਤੀ ਬਾਣੀ ਸੱਚੇ ਪਾਤਸ਼ਾਹ ਦੀ। ਤੇ ਬਾਬਾ ਜੀ ਕਹਿੰਦੇ ਆ ਕਿ ਸ਼ਰਧਾ ਵੀ ਪਰਮਾਤਮਾ ਆਪੇ ਹੀ ਪੈਦਾ ਕਰਦਾ ਹੈਗਾ। ਤੇ ਅੱਜ ਦੇ ਹਾਲਾਤ ਨੂੰ ਤੁਸੀਂ ਕਿੱਦਾਂ ਵੇਖਦੇ ਹੈਗੇ ਹੋ? ਜਿਹੜੇ ਨਵੇਂ ਕੀਰਤਨੀਏ ਨੇ, ਤੁਹਾਡੇ ਕੋਲ ਬਹੁਤ ਸਾਰੇ ਬੱਚੇ ਸਿੱਖਣ ਵੀ ਆਉਂਦੇ ਹੋਣੇ ਆ,
ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਉਤਸ਼ਾਹ ਹੈ, ਤੇ ਜਿਹੜੀ ਤੁਸੀਂ ਜਦੋਂ ਕੀਰਤਨ ਕਰਦੇ ਆ ਤੁਸੀਂ ਸਟਾਰਟਿੰਗ ਦੇ ਵਿੱਚ ਉਹ ਜਿਹੜੀ ਸ਼ਾਨ ਕਹਿੰਦੇ ਆ ਜਿਹਨੂੰ, ਉਹ ਤੁਸੀਂ ਕਿੱਦਾਂ ਸਿੱਖਿਆ ਤੇ ਕਿਤੋਂ ਤੁਸੀਂ ਪ੍ਰੇਰਿਤ ਹੋਏ ਹੋ? ਉਹ ਇਸ ਤਰ੍ਹਾਂ ਹੈ ਵੀ ਮੇਰੇ ਉਸਤਾਦ ਜੀ ਪਿਤਾ ਜੀ ਸੱਚਖੰਡ ਵਾਸੀ ਸ਼੍ਰੋਮਣੀ ਰਾਗੀ ਭਾਈ ਬਲਵੀਰ ਸਿੰਘ ਹੋਰਾਂ ਨੇ ਦੱਸਿਆ ਕਿ ਬੇਟਾ ਜਿਹੜਾ ਹੈ ਨਾ ਸ਼ਬਦ ਚੌਂਕੀ ਦਾ ਮਤਲਬ ਹੈ ਕੀਰਤਨ ਦੇ ਚਾਰ ਪਾਵੇ। ਸ਼ਬਦ ਚੌਂਕੀ ਦਾ ਮਤਲਬ ਹੈ ਕੀਰਤਨ ਦੇ ਚਾਰ ਪਾਵੇ। ਤੋਂ ਪਹਿਲਾ ਪਾਵਾ ਹੈ ਕੱਲੇ ਸਾਜ਼ ਵੱਜਣ, ਤਬਲਾ ਵੱਜੇ, ਹਾਰਮੋਨੀਅਮ ਵੱਜੇ। ਤੋਂ ਤੰਤੀ ਸਾਜ਼, ਹਾਰਮੋਨੀਅਮ ਤਾਂ ਖੈਰ ਹੁਣ ਆਇਆ, ਪੁਰਾਤਨ ਸੱਚੇ ਪਾਤਸ਼ਾਹ ਵੇਲੇ ਤੰਤੀ ਸਾਜ਼ ਸੀਗੇ, ਰਬਾਬ, ਸਰੰਦਾ, ਤਾਉਸ, ਉਦੋਂ ਇਹ ਸਾਜ਼ ਸੀ। ਹਾਰਮੋਨੀਅਮ ਤਾਂ ਹੁਣ ਵਾਲਿਆ ਨਾ ਅੰਗਰੇਜ਼ਾਂ ਨੇ। ਤੋ ਉਹ ਮਹਾਪੁਰਸ਼ ਕਹਿੰਦੇ ਨੇ ਵੀ ਇਹ ਪਹਿਲਾਂ ਸਾਜ਼ਾਂ ਦੀ ਹਾਜ਼ਰੀ ਲੱਗੇ। ਅੱਛਾ ਜੀ। ਹਾਂ, ਮਹਾਪੁਰਸ਼ ਰਾੜੇ ਵਾਲੇ ਜਾਂ ਜਿਹੜੇ ਪੁਰਾਤਨ, ਉਹ ਕਹਿੰਦੇ ਸੀ ਪਹਿਲਾਂ ਸਾਜ਼ਾਂ ਦੀ ਹਾਜ਼ਰੀ ਲੱਗੇ। ਬਾਬਾ ਨਾਨਕ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਉਹ ਕਹਿੰਦੇ ਭਾਈ ਪਹਿਲਾਂ ਸਾਜ਼ਾਂ ਦੀ ਹਾਜ਼ਰੀ ਲਾਓ ਮਹਾਰਾਜ ਦੀ ਹਜ਼ੂਰੀ 'ਚ। ਸਾਜ਼ਾਂ ਕੱਲੇ ਸਾਜ਼ ਵੱਜਣ, ਸਾਜ਼ਾਂ ਦੀ ਹਾਜ਼ਰੀ ਲਾਓ। ਉਹ ਹੋ ਗਿਆ ਪਹਿਲਾ ਪਾਵਾ। ਦੂਜਾ ਪਾਵਾ ਹੈ ਜਿਸ ਰਾਗ 'ਚ ਕੀਰਤਨ ਕਰਨਾ ਹੈ ਉਸ ਰਾਗ ਦਾ ਸ਼ਬਦ, ਜਿਸ ਰਾਗ 'ਚ ਕੀਰਤਨ ਕਰਨਾ ਉਸ ਰਾਗ ਦਾ ਮੰਗਲਾਚਰਨ। ਦੂਜਾ ਪਾਵਾ। ਪਹਿਲਾ ਪਾਵਾ ਕੱਲੇ ਸਾਜ਼, ਦੂਜਾ ਪਾਵਾ ਹੈ ਜਿਸ ਰਾਗ 'ਚ ਕੀਰਤਨ ਕਰਨਾ ਉਸ ਰਾਗ ਦਾ ਮੰਗਲਾਚਰਨ। ਪਰ ਜੇਕਰ ਟੋਡੀ ਰਾਗ ਗਾਉਣਾ ਤੁਸੀਂ ਤਾਂ ਟੋਡੀ ਰਾਗ ਦੇ ਵਿੱਚ ਮੰਗਲਾਚਰਨ, ਤੇ ਮੰਗਲਾਚਰਨ ਤੋਂ ਬਾਅਦ ਤੀਜਾ ਪਾਵਾ ਹੈ ਉਸ ਰਾਗ ਦਾ ਸ਼ਬਦ, ਤੀਜਾ ਪਾਵਾ। ਔਰ ਚੌਥਾ ਪਾਵਾ ਹੈ ਸਹਿਜ ਕੀਰਤਨ, ਜਿਹੜੀਆਂ ਰੀਤਾਂ ਤੁਰੀਆਂ ਆ ਰਹੀਆਂ ਸੀਨਾ ਬਸੀਨਾ। ਇਹ ਹੋ ਗਿਆ ਸ਼ਬਦ ਚੌਂਕੀ। ਪਹਿਲਾ ਪਾਵਾ ਕੱਲੇ ਸਾਜ਼, ਦੂਜਾ ਪਾਵਾ ਮੰਗਲਾਚਰਨ, ਤੀਜਾ ਪਾਵਾ ਉਸ ਜਿਸ ਰਾਗ 'ਚ ਮੰਗਲਾਚਰਨ ਹੈ ਉਸ ਰਾਗ ਦਾ ਸ਼ਬਦ, ਚੌਥਾ ਸਹਿਜ ਕੀਰਤਨ। ਇਹਨੂੰ ਕਹਿੰਦੇ ਨੇ ਸ਼ਬਦ ਚੌਂਕੀ। ਸ਼ਬਦ ਚੌਂਕੀ ਦਾ ਮਤਲਬ ਚਾਰ ਪਾਵੇ। ਜਿਸ ਤਰ੍ਹਾਂ ਆ ਚਾਰ ਮੇਜ਼ ਦੇ ਚਾਰ ਪਾਵੇ ਆ, ਸ਼ਬਦ ਚੌਂਕੀ ਚਾਰ, ਕੀਰਤਨ ਦੇ ਚਾਰ ਮਤਲਬ ਬਣਾਉਣੇ ਆ, ਚਾਰ ਪ੍ਰਕਾਰ ਬਣਾਉਣੇ ਆ, ਉਹ ਸ਼ਬਦ ਚੌਂਕੀ। ਅੱਛਾ, ਦਰਬਾਰ ਸਾਹਿਬ ਦੇ ਵਿੱਚ ਕਿੰਨੀਆਂ ਚੌਂਕੀਆਂ ਹੁੰਦੀਆਂ ਨੇ ਉਹ ਵੀ ਅਸੀਂ ਜਾਣਾਂਗੇ ਜ਼ਰੂਰ। ਪਰ ਬਾਬਾ ਜੀ ਮੈਨੂੰ ਇੱਕ ਚੀਜ਼ ਤੁਸੀਂ ਜ਼ਰੂਰ ਦੱਸੋ, ਹੁਣ ਜਿੱਦਾਂ ਤੁਸੀਂ ਸਹਿਜ ਕੀਰਤਨ ਦੀ ਗੱਲ ਕੀਤੀ ਹੈ ਤੇ ਉਹਦੇ ਵਿੱਚ ਵੀ ਅੱਜ ਕੱਲ੍ਹ ਅਸੀਂ ਵੇਖਦੇ ਹਾਂ, ਇੱਕ ਤਾਂ ਹੈਗਾ ਵੀ ਜਿਸ ਤਰੀਕੇ ਨਾਲ ਬਹੁਤ ਸਾਡੇ ਮਾਣਯੋਗ ਕੀਰਤਨੀ ਹੈ, ਸ਼੍ਰੋਮਣੀ ਕੀਰਤਨੀ ਹੈ, ਇੱਕ ਤਾਂ ਉਹ ਰੀਤਾਂ ਦੇ ਵਿੱਚ ਕੀਰਤਨ ਕਰਦੇ ਆ ਤਾਂ ਇਦਾਂ ਲੱਗਦਾ ਕਿ ਜਿਸ ਤਰੀਕੇ ਦਾ ਸ਼ਬਦ ਦਾ ਜਿਹੜਾ ਸ਼ਬਦ ਦੀ ਤਸੀਰ ਹੈਗੀ ਹੈ, ਮੰਨ ਲਓ ਕਿ ਉਸੇ ਦੇ ਹਿਸਾਬ ਦੇ ਨਾਲ ਉਸ ਤਰੀਕੇ ਦੀ ਤੁਸੀਂ ਲੈ ਬਣਾਈ ਹੋਈ ਹੈ। ਤੇ ਇੱਕ ਅਸੀਂ ਅੱਜ ਕੱਲ੍ਹ ਵੇਖਦੇ ਹਾਂ ਕਿ ਇੱਕ ਨਵੀਂ ਰੀਤ ਮਤਲਬ ਕਿ ਉਹ ਥੋੜ੍ਹਾ ਜਿਹਾ ਅਜੀਬ ਜਿਹਾ ਲੱਗਦਾ ਵੀ ਸ਼ਬਦ ਕਿੱਧਰ ਨੂੰ ਜਾ ਰਿਹਾ ਹੈਗਾ ਤੇ ਮਿਊਜ਼ਿਕ ਕਿੱਧਰ ਨੂੰ ਜਾ ਰਿਹਾ ਹੈਗਾ। ਸੋ ਇਹ ਤੁਸੀਂ ਨੋਟ ਕੀਤਾ ਜੀ? ਤੁਹਾਨੂੰ ਲੱਗਦਾ ਵੀ ਇਹ ਫਿਰ ਤੁਹਾਡਾ ਮਨ ਦੁਖਦਾ ਵੀ ਇਹ ਕੀ ਹੋ ਰਿਹਾ? ਬਹੁਤ ਦੁਖਦਾ। ਇਹ ਕਹਿਣ ਵਾਲੀ ਗੱਲ ਹੈ, ਦੁਖਦਾ। ਅਸਲ 'ਚ ਸਮਝ ਨਹੀਂ ਗੱਲ। ਇਹ ਹੁਣ ਰਾਗੀ ਵਿਚਾਰੇ ਕੀ ਕਰਨ? ਇਹ ਲਤਾ ਨੂੰ ਪੁੱਛਿਆ ਸੀ, ਲਤਾ ਮੰਗੇਸ਼ਕਰ ਨੂੰ, ਵੀ ਜਿਹੜਾ ਹੁਣ ਚੱਲ ਰਿਹਾ ਸੰਗੀਤ ਤੁਹਾਡਾ ਕੀ ਵਿਚਾਰ ਹੈ? ਲਤਾ ਕਹਿੰਦੀ ਵੀ ਮੈਂ ਫਿਲਮ ਇੰਡਸਟਰੀ ਨੂੰ ਦੋਸ਼ੀ ਨਹੀਂ ਮੰਨਦੀ ਨਾ, ਫਿਲਮ ਇੰਡਸਟਰੀ ਨੂੰ ਮੈਂ ਦੋਸ਼ੀ ਮੰਨਦੀ ਹਾਂ। ਮੈਂ ਜਿਹੜੇ ਸੁਣ ਰਹੇ ਉਹਨਾਂ ਨੂੰ ਨਹੀਂ ਮੰਨਦੀ, ਕਿਉਂਕਿ ਫਿਲਮ ਇੰਡਸਟਰੀ ਦੇ ਰਹੀ ਹੈ, ਫਿਲਮ ਇੰਡਸਟਰੀ ਉਹੋ ਜਿਹਾ ਸੰਗੀਤ ਦੇ ਰਹੀ ਹੈ ਤੇ ਲੋਕ ਸੁਣ ਰਹੇ ਆ। ਲੱਗੀ ਸਮਝੋ? ਤੇ ਜੇ ਉਹ ਦੇਣ ਹੀ ਨਾ ਤੇ ਫਿਰ ਸੁਣਨ ਕਿੱਥੋਂ ਲੋਕ? ਇਹੀ ਹਿਸਾਬ ਕੀਰਤਨ ਦਾ। ਉਹ ਰਾਗੀ ਜਿਹੜੇ ਉਹ ਕੀਰਤਨ ਉਹੋ ਜਿਹਾ ਕਰ ਰਹੇ, ਸੰਗਤ ਸੁਣ ਰਹੀ ਹੈ। ਹੁਣ ਕੋਈ ਕਹਿੰਦਾ ਵੀ ਰਾਗ ਸੁਣਾਓ, ਉਹ ਤਾਂ ਕਹਿੰਦੇ ਭਾਈ ਰਣ ਤੇਜ ਨੂੰ ਨਾ ਬੁਲਾਓ, ਨਾ ਕਹਿੰਦੇ ਭਾਈ ਰਣ ਤੇਜ ਨੂੰ ਨਾ ਬੁਲਾਓ ਕਿਉਂਕਿ ਔਖੀ ਬਾਣੀ ਪੜ੍ਹਦਾ, ਰਾਗ ਗਾਉਂਦਾ। ਮੈਂ ਰਾਗ ਗਾਉਣਾ ਕਦੇ ਸੌਖਾ ਹੈ? ਰਾਗ ਗਾਉਣਾ ਕਦੇ ਖੇਡ ਹੈ? ਵੀ ਰਾਗ ਕਿੱਥੇ ਮੈਂ ਰਾਗ ਗਾਉਣਾ? ਰਾਗ ਤਾਂ ਗਾਇਆ ਨਹੀਂ ਜਾਂਦਾ, ਔਖਾ ਹੈ ਕੰਮ ਹੈ। ਉਹ ਪੜਤਾਲਾਂ ਜਿਹੜੀਆਂ ਮਹਾਰਾਜ ਨੇ ਬਖਸ਼ੀਆਂ ਹੈ, ਧੁਨੀਆਂ ਬਖਸ਼ੀਆਂ, ਸਭ ਅਲੋਪ ਹੋ ਗਿਆ ਕੰਮ ਸਾਰਾ। ਸੱਚੇ ਪਾਤਸ਼ਾਹ ਦਾ ਜਿਹੜਾ ਖਜ਼ਾਨਾ ਸੀਗਾ ਅਲੋਪ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਹਿੰਦੇ ਜਦੋਂ ਕੀਰਤਨ ਕੀਤਾ ਸੀਗਾ, ਮਰਦਾਨੇ ਨੂੰ ਕਿਹਾ ਕਰਦੇ ਸੀ ਕਿ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਤੁਹਾਨੂੰ ਲੱਗਦਾ ਵੀ ਅਸੀਂ ਜਿਹੜੇ ਸਾਡੇ ਰਬਾਬੀ ਕੀਰਤਨੀਏ ਸੀਗੇ, ਇੱਕ ਤਾਂ ਰਬਾਬ ਦੀ ਆਵਾਜ਼ ਇਹੋ ਜਿਹੀ ਹੁੰਦੀ ਹੈਗੀ ਆ ਵੀ ਉਹ ਸਿੱਧੀ ਜਾ ਕੇ ਮਨ ਦੇ ਉੱਤੇ ਲੱਗਦੀ ਹੈਗੀ ਆ, ਪਰ ਅਸੀਂ ਆਪਣੇ ਹੀ ਜਿਨ੍ਹਾਂ ਨੇ ਕੀਰਤਨ ਹੀ ਸ਼ੁਰੂਆਤ ਹੀ ਰਬਾਬ ਤੋਂ ਹੋਈ ਹੋਵੇ, ਤੇ ਅੱਜ ਅਸੀਂ ਵੇਖਦੇ ਹੈਗੇ ਆ ਵੀ ਜਿੱਥੇ ਸਾਡੇ ਗੁਰੂ ਧਾਮ ਹੈਗੇ ਆ ਉੱਥੇ ਸਾਨੂੰ ਰਬਾਬ ਲੱਭਦੀ ਨਹੀਂ ਹੈਗੀ ਵੀ ਸ਼ੁਰੂਆਤ ਤਾਂ ਰਬਾਬ ਤੋਂ ਹੋਈ ਸੀ। ਪਰ ਕਿੰਨੀ ਤਰਾਸਦੀ ਵਾਲੀ ਗੱਲ ਹੈ ਵੀ ਅੱਜ ਰਬਾਬ ਹੀ ਨਹੀਂ ਹੈਗੀ ਸਾਡੇ ਕੋਲ। ਮੈਂ ਤਾਂ ਕਹਿਣਾ ਹੁੰਦਾ ਵੀ ਇਹ ਮਤਲਬ ਮਾਫ ਕਰਨਾ, ਪੰਥ ਨੂੰ ਚਾਹੀਦਾ ਵੀ ਉਹਨਾਂ ਰਾਗੀਆਂ ਨੂੰ ਤਰਜੀਹ ਦੇਣ ਜਿਹੜੇ ਬਕਾਇਦਾ ਤੰਤਿ ਸਾਹ ਨਾਲ ਕੀਰਤਨ ਕਰਦੇ ਆ, ਉਹਨਾਂ ਨੂੰ ਉਤਸ਼ਾਹਿਤ ਕਰਨ, ਉਹਨਾਂ ਦੀ ਹੌਸਲਾ ਅਫਜ਼ਾਈ ਕਰਨ। ਉਹਨਾਂ ਨੂੰ ਲੱਗੇ ਵੀ ਹਾਂ ਯਾਰ ਮਤਲਬ ਸਾਨੂੰ ਮਾਣ ਤਾਣ ਮਿਲ ਰਿਹਾ ਹੈ, ਤੇ ਇਹ ਕਿਤੇ ਨਾ ਕਿਤੇ ਹੈ। ਤੇ ਹਾਰਮੋਨੀਅਮ ਤਾਂ ਸੌਖਾ ਹੈ, ਬਾਕੀ ਇਹ ਚਾਲ ਸੀ, ਕਹਿੰਦੇ ਅੰਗਰੇਜ਼ੀ ਦੀ ਚਾਲ ਸੀ ਵੀ ਇਹ ਜਿਹੜੀ ਹੈ
ਕਿਉਂਕਿ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 33 ਸਾਜ਼ ਨਾਲ ਕੀਰਤਨ ਹੁੰਦਾ ਸੀਗਾ। ਇਹ ਹਾਰਮੋਨੀਅਮ ਤਾਂ ਹੋਣਾ ਆ 1900 ਪਤਾ ਨਹੀਂ 20-25 ਚ ਆਇਆ ਹੈ। ਪਹਿਲਾਂ 33 ਸਾਜ਼ ਸੀ, ਅੰਗਰੇਜ਼ ਲੈ ਕੇ ਆਇਆ, ਅੰਗਰੇਜ਼ ਲੈ ਕੇ ਆਇਆ। ਤੇ ਇਹ ਮਰਿਆਦਾ ਬਹਾਲ ਹੋਣੀ ਚਾਹੀਦੀ ਹੈ। 33 ਸਾਜ਼ ਦੁਬਾਰਾ ਫਿਰ ਹੋਣੇ ਚਾਹੀਦੇ ਆ। ਉਤਸ਼ਾਹਿਤ ਕਰਨਾ ਚਾਹੀਦਾ ਪੰਥ ਨੂੰ, ਉਹਨਾਂ ਰਾਗੀ ਸਿੰਘਾਂ ਨੂੰ। ਅੱਛਾ, ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀ ਵਿਚਾਰ ਨੇ? ਬਹੁਤ ਸਾਰੀ ਬਾਣੀ, ਜਿਵੇਂ ਗੱਲ ਕਰਾਂ, ਜਿਵੇਂ ਖਾਸ ਤੌਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਾਣੀ ਦੀ ਗੱਲ ਕਰਾਂ, ਉਹਨਾਂ ਦੀ ਜਿਹੜੀ ਲਿਖਤ ਵੀ ਹੈਗੀ ਹੈ, ਉਹ ਵੈਸੇ ਵੀ ਪੜ੍ਹਨ ਨੂੰ ਵੀ ਨਾ, ਜੇ ਸਾਹਿਤਿਕ ਪੱਖ ਵੀ ਵੇਖੀਏ, ਬੜਾ ਬਾਕਮਾਲ ਹੈਗਾ। ਜਿਹੜੀ ਜਿਸ ਤਰੀਕੇ ਦੀ ਉਹਨਾਂ ਦੀ ਲਿਖਤ ਹੈਗੀ ਹੈ, ਤੁਸੀਂ ਹੋਰ ਜਿੱਥੇ ਵਿਖੜੀਆਂ ਬਾਣੀਆਂ ਦਾ ਜਿਹੜਾ ਕੀਰਤਨ ਕਰਦੇ ਹੋ, ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਬਾਣੀ ਹੈਗੀ ਆ, ਉਹਦੇ ਵਿੱਚ ਜਿਵੇਂ ਸਾਹਿਤਿਕ ਪੱਖ ਦੀ ਗੱਲ ਕਰਾਂ, ਕਿੱਦਾਂ ਦਾ ਮਹਿਸੂਸ ਹੁੰਦਾ ਹੈ ਤੁਹਾਨੂੰ ਜਦੋਂ ਤੁਸੀਂ ਪੜ੍ਹਦੇ ਹੋ? ਨਹੀਂ, ਇਹ ਤੇ ਬਾਣੀ ਤਾਂ ਬਾਣੀ ਹੈ ਮਹਾਰਾਜ ਦੀ, ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਆਈ ਹੈ ਬਾਣੀ ਹੈ। ਉਹ ਤਾਂ ਕਿੰਤੂ ਪਰੰਤੂ ਹੋ ਹੀ ਨਹੀਂ ਸਕਦਾ। ਉਹ ਤਾਂ ਉਹ ਕਿਸੇ ਨੂੰ ਅਧਿਕਾਰ ਹੀ ਨਹੀਂ ਇਸ ਤਰ੍ਹਾਂ ਕਹਿਣ ਦਾ। ਨਹੀਂ, ਮੈਂ ਸਾਹਿਤਿਕ ਪੱਖ ਦੀ ਗੱਲ ਕੀਤੀ ਹੈ। ਜਿੱਦਾਂ ਉਹਨਾਂ ਨੇ 52 ਕਵੀ ਵੀ ਰੱਖੇ ਸੀਗੇ, ਸਾਹਿਤ ਦਾ ਬੜਾ ਮਾਣ ਕਰਿਆ ਕਰਦੇ ਸੀ, ਕਵੀਆਂ ਦਾ ਬੜਾ ਮਾਣ ਕਰਿਆ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ। ਮੈਂ ਤਾਂ ਇਹ ਵੀ ਸੁਣਿਆ ਵੀ ਸੱਚੇ ਪਾਤਸ਼ਾਹ ਕਵੀਆਂ ਨੂੰ ਵੀ ਬੜਾ ਮਾਣ ਬਖਸ਼ਦੇ ਸੀਗੇ। ਇੱਕ ਮੈਨੂੰ ਗੱਲ ਸੁਣਾਈ ਭਾਈ ਸਾਹਿਬ ਨੇ, ਭਾਈ ਧਰਮ ਸਿੰਘ, ਭਾਈ ਅਮਰੀਕ ਸਿੰਘ ਹੋਰਾਂ ਦੇ ਬੇਟੇ ਆ, ਆਪਣਾ ਜਿਹੜੇ ਹੁਣ ਮੌਜੂਦਾ ਕੀਰਤਨ ਕਰਦੇ ਨੇ, ਕੀ ਨਾ ਉਹਨਾਂ ਦਾ, ਆਪਣੇ ਭਾਈ ਹਰਜੋਤ ਸਿੰਘ ਜ਼ਖਮੀ, ਉਹਨਾਂ ਨੇ ਮੈਨੂੰ ਸੁਣਾਈ। ਕਹਿੰਦੇ ਸੱਚੇ ਪਾਤਸ਼ਾਹ ਵੇਲੇ ਗਰੀਨਵਾਜ ਨੇ ਚਿੱਠ ਲਿਖਦੀ ਵੀ ਜਾ ਖਜ਼ਾਨਚੀ ਤੋਂ ਇੰਨੇ ਪੈਸੇ ਲੈ ਲੈ। ਉਹ ਕਵਿਤਾ ਸੁਣਾਈ ਮਹਾਰਾਜ ਨੂੰ, ਕਵਿਤਾ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ ਤੇ ਉਹ ਚਿੱਠ ਲੈ ਕੇ ਜਦੋਂ ਗਿਆ ਖਜ਼ਾਨਚੀ ਕੋਲੇ, ਉਹ ਕਹਿੰਦਾ ਨਹੀਂ ਇੰਨੇ ਦੇਣੇ ਜ਼ਿਆਦੇ ਆ। ਉਹ ਮਹਾਰਾਜ ਕੋਲੇ ਵਾਪਸ ਲੈ ਆਇਆ ਚਿੱਠ ਵੀ ਸੱਚੇ ਪਾਤਸ਼ਾਹ ਦਿੱਤੀ ਨਹੀਂ ਭੇਟਾ। ਤੇ ਮਹਾਰਾਜ ਨੇ ਉਹ ਮੰਨ ਲਓ ਵੀ ਜੇ 10 ਰੁਪਏ ਲਿਖਿਆ ਤਾਂ ਮਹਾਰਾਜ ਨੇ ਇੱਕ ਜ਼ਰੂਰ ਹੋਰ ਲਾਤੀ ਨਾਲ, ਕਹਿੰਦਾ ਜਾ ਹੁਣ ਜਾਓ। ਉਹ ਫੇਰ ਲੈ ਕੇ ਗਿਆ, ਫੇਰ ਚੜ ਗਿਆ ਉਹ ਖਜ਼ਾਨਚੀ ਵੀ ਇਹ ਤਾਂ ਮਾਰੇ ਖਜ਼ਾਨੇ ਲੁਟਾ ਰਹੇ ਆ। ਫੇਰ ਕਹਿੰਦੇ ਵਾਪਸ ਆਇਆ, ਸੱਚੇ ਪਾਤਸ਼ਾਹ ਨੇ ਇੱਕ ਜ਼ਰੂਰ ਹੋਰ ਲਾਤੀ। ਉਹ ਫਿਰ ਕਹਿੰਦੇ ਵੀ ਉਹ ਤੋਂ ਰਿਹਾ ਹੀ ਨਹੀਂ ਗਿਆ ਖਜ਼ਾਨਚੀ ਤੋਂ, ਮਾਤਾ ਜੀ ਕੋਲ ਚਲਾ ਗਿਆ। ਮਾਤਾ ਜੀ ਕੋਲ ਚਲਾ ਗਿਆ ਉਹ ਖਜ਼ਾਨਚੀ ਵੀ ਆਪਣੇ ਲਾਲ ਨੂੰ ਸਮਝਾਓ ਵੀ ਖਜ਼ਾਨਾ ਹੀ ਲੁਟਾ ਰਹੇ ਆ। ਉਹ ਮਾਤਾ ਜੀ ਕਹਿੰਦੇ ਤੂੰ ਦੇ ਦੇ, ਨਹੀਂ ਤਾਂ ਇਹ ਜ਼ਰੂਰ ਲੱਗੇ ਜਾਣੇ ਮਗਰ। ਹਾਂ ਵੀ ਤੂੰ ਚੁੱਪ ਕਰਕੇ ਜੋ ਹੈ ਨਾ ਦੇ ਦੇ। ਤੇ ਇਹ ਮਤਲਬ ਮੇਰਾ ਕਹਿਣ ਦਾ ਭਾਵ ਇੰਨਾ ਸੱਚੇ ਪਾਤਸ਼ਾਹ ਰਾਗੀਆਂ ਦਾ, ਗ੍ਰੰਥ ਪ੍ਰਚਾਰਕਾਂ ਦਾ, ਕਵੀਆਂ ਦਾ ਸਤਿਕਾਰ ਕਰਦੇ ਸੀ, ਜੋ ਹੁਣ ਨਹੀਂ ਹੈ, ਹੁਣ ਨਹੀਂ ਹੈ ਨਾ। ਅੱਛਾ, ਮੇਰਾ ਆਖਰੀ ਸਵਾਲ ਹੈ ਬਾਬਾ ਜੀ, ਇਹ ਜ਼ਰੂਰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ, ਜਿੱਦਾਂ ਮੈਂ ਅਕਸਰ ਗੱਲ ਕਰਦਾ ਹੁੰਦਾ, ਇੱਕ ਪਾਸੇ ਭਗਤ ਜੈਦੇਵ ਜੀ ਨੇ, ਉਹ ਪੰਡਿਤ ਸੀਗੇ ਬੰਗਾਲ ਦੇ, ਇੱਕ ਪਾਸੇ ਭਗਤ ਧੰਨਾ ਜੀ ਨੇ, ਇੱਕ ਪਾਸੇ ਭਗਤ ਫਰੀਦ ਜੀ ਨੇ। ਗੁਰੂ ਗ੍ਰੰਥ ਸਾਹਿਬ ਜੀ ਵਰਗਾ ਤਾਂ ਸਾਡੇ ਕੋਲ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਫਲਸਫਾ ਨਹੀਂ ਹੈਗਾ ਜਿਹਦੇ ਵਿੱਚ ਇੰਨੀ ਸਾਂਝੀਵਾਲਤਾ ਹੋਵੇ। ਤੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ ਵਿੱਚ ਕਮੀ ਰਹੀ ਆ, ਅਸੀਂ ਦੱਸ ਹੀ ਨਹੀਂ ਪਾਏ ਵੀ ਸਾਡੇ ਕੋਲ ਤਾਂ ਇੰਨਾ ਵੱਡਾ ਆਧਾਰ ਹੈਗਾ ਵੀ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਜੋੜ ਸਕਦੇ ਸੀਗੇ, ਪਰ ਅਸੀਂ ਤਾਂ ਕਹਿੰਦੇ ਆਪਣੇ ਆਪ ਦੇ ਵਿੱਚ ਵੀ ਸੁੰਗੜ ਕੇ ਰਹਿ ਗਏ ਹਾਂ। ਉਹ ਸੁੰਗੜ ਕੇ ਕੀ ਰਹਿ ਗਏ? ਅਸੀਂ ਜਾਤ-ਪਾਤ ਚੋਂ ਨਿਕਲੇ, ਇਹ ਤਾਂ ਛੂਤ-ਛਾਤ ਚੋਂ ਨਿਕਲੇ ਜੇ। ਜੋੜਨਾ ਕੀ ਹੈ ਤੇ ਤੋੜਦੇ ਆ। ਆਹ ਗੁਰਦੁਆਰਾ ਮਜਬੀ ਸਿੰਘਾਂ ਦਾ ਜੀ, ਆਹ ਰਵਦਾਸੀਆਂ ਦਾ, ਇਹ ਜੱਟਾਂ ਦਾ ਜੀ, ਇਹ ਭਾਪਿਆਂ ਦਾ, ਰੋੜਿਆਂ ਦਾ, ਨਾਈ ਸਿੰਘਾਂ ਦਾ। ਇਸ ਤਾਂ ਇਹਨਾਂ 'ਚ ਫਸ ਗਏ। ਗੁਰੂ ਸਾਹਿਬ ਇਹ ਕਹਿ ਗਏ ਸੀ ਅੰਮ੍ਰਿਤ ਵੀ 2 ਹੋ ਗਏ। ਤੋ ਇਹ ਤਾਂ ਤਰਾਸਦੀ ਹੈ। ਇਹ ਕੋਈ ਅਸੀਂ ਤੋਂ ਉੱਪਰ ਨਹੀਂ ਜਾ ਰਹੇ। ਅਸੀਂ ਤਾਂ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ। ਗੁਰਬਾਣੀ ਨੂੰ ਥਾਂ-ਥਾਂ ਤੇ ਲੈ ਕੇ ਜੋ ਬੇਅਦਬੀ ਅਸੀਂ ਕਰਦੇ ਹਾਂ, ਹੋਰ ਤਾਂ ਕਰਦੇ ਹੀ ਨਹੀਂ ਕੋਈ। ਇਸ਼ਤਿਹਾਰਾਂ 'ਚ, ਅਖਬਾਰਾਂ 'ਚ, ਟਰੈਕਟਰਾਂ ਟਰਾਲੀਆਂ ਤੇ ਗੁਰਬਾਣੀ ਤਾਂ ਉਹੀ ਹੈ। ਮੈਂ ਤਾਂ ਅਕਸਰ ਬੋਲਦਾ ਹੁੰਦਾ ਕੀਰਤਨ ਜਦੋਂ ਮੈਂ ਸੱਚੇ ਪਾਤਸ਼ਾਹ ਕਰਾਉਂਦੇ ਆ, ਸੇਵਾ ਲੈਂਦੇ ਆ, ਵੀ ਗੁਰਬਾਣੀ ਦਾ ਸਤਿਕਾਰ ਕਰੋ ਭਾਈ। ਇਹ ਭਾਵੇਂ ਤੁਸੀਂ ਇੱਕ ਪੰਕਤੀ ਲਿਖੀ ਹੈ, ਇਹ ਉਹੀ ਪੰਕਤੀ ਆ ਨਾ ਸੱਚੇ ਪਾਤਸ਼ਾਹ ਸੱਚਖੰਡ ਸਾਹਿਬ, ਸ਼੍ਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਹਰ ਰੋਜ਼ 1.25 ਲੱਖ 1.5 ਲੱਖ ਦੇ ਰੁਮਾਲੇ ਵਸਤਰ ਰੋਜ਼ ਅਰਪਣ ਹੁੰਦੇ ਆ। ਪੰਕਤੀ ਤਾਂ ਉਹੀ ਹੈ। ਤੁਸੀਂ ਲਿਖ ਕੇ ਇੱਥੇ ਆਪ ਹੀ ਤੁਸੀਂ ਸੱਚੇ ਪਾਤਸ਼ਾਹ ਦੀ ਕਰੂਪੀ ਦਾ ਸ਼ਿਕਾਰ ਹੋ ਰਹੇ ਹੋ। ਇਹ ਮੈਂ ਨਹੀਂ ਸਮਝਦਾ ਵੀ ਇਹ ਥੱਲੇ ਗਿਰਾਵਟ ਜਾ ਰਹੇ ਆ। ਬਾਕੀ ਗੱਲ ਬੱਚਿਆਂ ਨੂੰ ਉਡਾੜਾ ਨਹੀਂ ਆਉਂਦਾ, ਪੁੱਛ ਕੇ ਦੇਖ ਲਓ। ਤੁਸੀਂ ਪੱਤਰਕਾਰ ਹੋ, ਬੱਚਿਆਂ ਨੂੰ ਪੁੱਛ ਲਿਓ ਵੀ ਊੜਾ ਆੜਾ ਆਉਂਦਾ ਕਿ ਨਹੀਂ। ਊੜਾ ਆੜਾ ਜਿਹੜੀ ਸੱਸਾ ਕੱਕਾ ਖੱਖਾ ਗੱਗਾ ਕੱਗਾ ngੰਗਾ ਪੁੱਛ ਕੇ ਦੇਖਿਓ। ਫਿਰ ਚੱਚਾ ਛੱਛਾ ਹੈ, ਛਤਰੀ ਵਾਲਾ ਛੱਛਾ। ਇੱਕ ਹੁੰਦਾ ਸੱਸਾ, ਇੱਕ ਹੁੰਦਾ ਛੱਛਾ। ਸੱਸੇ ਪੈਰ ਬੰਦੀ ਸ਼ੇਰ। ਇਹ ਹੈ ਛੱਛਾ, ਚੱਚਾ, ਛੱਛਾ, ਜੱਜਾ, ਚੱਜਾ, ਨੰਨਾ। ਹੁਣ ਜਿੰਨਾ ਚਿਰ 2 ਅੱਖਰ ਨਹੀਂ ਆਉਣਗੇ ਕਿਸ ਤਰ੍ਹਾਂ ਗੁਰਬਾਣੀ ਸ਼ੁੱਧ ਪੜ੍ਹੋਗੇ? ਧਿਆਨ ਹੀ ਨਹੀਂ ਇਸ ਪਾਸੇ। ਇਹ ਪੰਜਾਬੀ ਨੂੰ ਤਾਂ ਅਸੀਂ ਇਸ ਤਰ੍ਹਾਂ ਸਮਝਦੇ ਵੀ ਚਲ ਕੋਈ ਨਾ, ਮੁਹਾਰਨੀ ਨਹੀਂ ਆਉਂਦੀ। ਕੱਕਾ ਮੋਤਾ ਕੱਕੇ ਕੱਕੇ ਲਾਮ ਕੇ ਕੱਕੇ ਸਾਰੇ ਕੇ ਕੱਕਿਆਂ ਕੋਲ ਕੋ। ਹੁਣ ਕੌਣ ਸਿਖਾਊਗਾ ਇਹ?
ਇਹ ਮਤ ਸੋਚ ਵੀ ਅਸੀਂ ਉੱਪਰ ਜਾ ਰਹੇ ਹਾਂ ਨਾ, ਅਸੀਂ ਤਾਂ ਸਾਡੀ ਜਾੜੀ ਕਮਜ਼ੋਰ ਹੈ, ਇਸ ਕਰਕੇ ਤਰਾਸਦੀ ਹੈ। ਮੈਂ ਤਾਂ ਅਕਸਰ ਬੋਲਦਾ ਨਾ ਵੀ ਬੱਚਿਆਂ ਨੂੰ ਉਡਾੜਾ ਸਿਖਾਓ ਯਾਰ, ਬੱਚਿਆਂ ਨੂੰ ਮੁਹਾਰ ਨਹੀਂ ਸਿਖਾਓ, ਉਡਾੜਾ ਸਿਖਾਓ। ਜਿਹੜਾ ਬੱਚਾ ਮੁਹਾਰ ਨਹੀਂ ਸਿੱਖੂਗਾ ਫਿਰ ਉਹ ਗੁਰਬਾਣੀ ਗਲਤ ਨਹੀਂ ਪੜ੍ਹ ਸਕਦਾ। ਹੁਣ ngਣ ਘਾਲੇ ਕਿਸ ਤਰ੍ਹਾਂ ਕਰੋਗੇ, ਕਾਇਆ ਰੰਗਣ ਕਿਸ ਤਰ੍ਹਾਂ ਕਰੋਗੇ ਜੇ ਗੰਗਾ ਨਹੀਂ ਆਉਂਦਾ। ਜਿੰਨਾਂ ਦੇ ਸੰਦੜਿਆ ਦੁਰਮਤ ਵੰਝਾਂ ਕਿਸ ਤਰ੍ਹਾਂ ਕਰੋਗੇ, ਨਿਆਂ ਨਹੀਂ ਆਉਂਦਾ। ਦੱਸੋ ਮੈਨੂੰ, ਜਵਾਬ ਦਿਓ। ਤੋ ਇਹ ਤਰਾਸਦੀ ਹੈ। ਬਿਲਕੁਲ, ਬਹੁਤ ਵਡਮੁੱਲੀਆਂ ਜਿਹੜੀਆਂ ਗੱਲਾਂ ਬਾਬਾ ਜੀ ਨੇ ਕੀਤੀਆਂ ਸਾਡੇ ਨਾਲ, ਔਰ ਜਿਹੜੀਆਂ ਵਾਕਈ ਹੀ ਤਵੱਜੋ ਦੇਣ ਯੋਗ ਨੇ, ਤਵੱਜੋ ਦੇਣੀਆਂ ਚਾਹੀਦੀਆਂ ਨੇ, ਧਿਆਨ ਦੇਣਾ ਚਾਹੀਦਾ ਹੈਗਾ। ਭਾਈ ਸਾਹਿਬ, ਆਖਿਰ ਦੇ ਵਿੱਚ ਮੈਂ ਚਾਹੁੰਦਾ ਵੀ ਕੋਈ ਕੀਰਤਨ ਸ਼ਬਦ ਦੇ ਰੂਪ ਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਗੁਣਗੁਣਾ ਕੇ ਸੰਗਤਾਂ ਦੇ ਸਨਮੁਖ ਰੱਖੋ ਜੀ। ਮੈਨੂੰ ਵੀ ਬੜਾ ਚੰਗਾ ਲੱਗੂਗਾ, ਜਿਹੜੀ ਸੰਗਤਾਂ ਸੁਣ ਰਹੀਆਂ ਨੇ ਉਹਨਾਂ ਨੂੰ ਵੀ। ਬੰਦ ਸੁਣਾਉਣਾ ਪਿਤਾ ਜੀ ਦੀ ਕਿ ਕੈਸੀ ਅਮੁੱਲੀ ਬੰਦਸ਼ ਹੈ, ਸੁਣੋ। ਵਾਹਿਗੁਰੂ। ਤੋ ਕੈਸੀਆਂ ਬੰਦਸ਼ਾਂ ਸੀਗੀਆਂ ਜਿਹੜੀਆਂ ਅਲੋਪ ਹੋ ਗਈਆਂ। ਮੇਰਾ ਮਨ ਮੇਰਾ ਮਨ ਆਲਸੀਆ ਉਘਲਾਨਾ, ਆਲਸੀਆ ਉਘਲਾਨਾ। ਮੇਰਾ ਮਨ ਆਲਸੀਆ। ਹੁਣ ਦੱਸੋ ਇਸ ਕੀਰਤਨ 'ਚ ਕਿੰਨਾ ਹੁਣ ਦੇ ਕੀਰਤਨ 'ਚ ਤੇ ਇਸ ਕੀਰਤਨ 'ਚ ਕਿੰਨਾ ਫਰਕ ਹੈ, ਤੁਸੀਂ ਦੱਸੋ। ਸੋ ਇਸ ਵਕਤ ਤੁਸੀਂ ਬਾਹਰ ਤੋਂ ਵੇਖ ਰਹੇ ਹੋ ਅਕਾਲ ਲੇਟ ਦਾ ਕੈਂਪ, ਤੇ ਬਾਈ ਜੀ ਹੋਰੀ ਮੇਰੇ ਨਾਲ ਮੌਜੂਦ ਨੇ। ਗੱਡੀ ਆ ਰਹੀ ਹੈ ਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ। ਬਾਈ ਜੀ ਮੈਨੂੰ ਕਹਿੰਦੇ ਕਿ ਅਸੀਂ ਤਾਂ ਰਿਟਾਇਰ ਹੋ ਗਏ ਹਾਂ, ਪਰ ਅੱਗੇ ਜਿਹੜੀ ਕੀਰਤਨ ਦੀ ਸੇਵਾ ਹੈਗੀ ਆ, ਜਿੱਦਾਂ ਪਹਿਲਾਂ ਬਾਈ ਜੀ ਨੇ ਦੱਸਿਆ ਕਿ ਬਹੁਤ ਸਾਰੇ ਜਿਹੜੇ ਸਾਡੇ ਕੀਰਤਨੀ ਹੈਗੇ ਆ ਸੰਭਾਲੇ ਹੀ ਨਹੀਂ ਗਏ ਸਾਡੇ ਤੋਂ, ਪਰ ਹੁਣ ਵੀ ਕਹਿੰਦੇ ਬਹੁਤ ਸਾਰੇ ਜਿਹੜੇ ਸਾਡੇ ਕੀਰਤਨੀ ਆ ਮਿਹਨਤ ਬਹੁਤ ਕਰਦੇ ਆ। ਤਾਂ ਮੇਰੇ ਨਾਲ ਬਾਈ ਜੀ ਇੰਟਰੋਡਿਊਸ ਕਰਵਾ ਰਹੇ ਸੀਗੇ, ਪ੍ਰਦੀਪ ਸਿੰਘ ਮੌਜੂਦ ਨੇ, ਗਾਵੋ ਸੱਚੀ ਬਾਣੀ ਦੇ ਵਿਨਰ ਵੀ ਰਹੇ ਨੇ 2019 ਦੇ, ਤੇ ਇਨਾਮ ਵੀ ਮਿਲਿਆ ਸੀ। ਹਾਲਾਂਕਿ ਇਨਾਮ ਸਿੱਖ ਦੀ ਜ਼ਿੰਦਗੀ ਦੇ ਵਿੱਚ ਬਹੁਤਾ ਮਾਇਨੇ ਨਹੀਂ ਰੱਖਦਾ, ਸ਼ਰਧਾ ਭਾਵਨਾ ਮਾਇਨੇ ਰੱਖਦੀ ਹੁੰਦੀ ਆ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਵਰਸਾਏ ਹੋਏ ਭਾਈ ਰਣਧੀਰ ਸਿੰਘ ਜੀ ਮੌਜੂਦ ਨੇ, ਤੇ ਉਹਨਾਂ ਦੇ ਸ਼ਾਗਿਰਦ ਨਾਲ ਉਹਨਾਂ ਦੀ ਸੇਵਾ ਵਜੋਂ ਅਜੇ ਨਾਲ ਪ੍ਰਦੀਪ ਸਿੰਘ ਜੀ ਵੀ ਆਏ ਹੋਏ ਸੀਗੇ। ਤਾਂ ਗੱਲਬਾਤ ਕਰਦੇ ਆ, ਨੌਜਵਾਨ ਨੇ ਤੇ ਅੱਗੇ ਕੀਰਤਨ ਨੂੰ ਕਿਵੇਂ ਵੇਖਦੇ ਹੈਗੇ ਆ। ਬਾਈ ਜੀ ਹੁਣੇ ਕਹਿ ਰਹੇ ਸੀਗੇ ਕਿ ਮਾਣ ਤਾਣ ਵੀ ਲੋੜ ਪੈਂਦੀ ਹੈ, ਗੁਰਬਾਣੀ ਵੀ ਕਹਿੰਦੀ ਹੈ ਕਿ ਮਾਨ ਮੰਗੋ ਤਾਨ ਮੰਗੋ ਧਨ ਲక్ష్ਮੀ ਸੁੱਤ ਦੇ ਨਾ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵੀ ਸ਼ਬਦ ਹੈਗਾ। ਸੋ ਤੁਸੀਂ ਕਿੱਦਾਂ ਵੇਖਦੇ ਹੋ ਬਾਈ ਜੀ, ਤੁਸੀਂ ਯੰਗ ਹੈਗੇ ਹੋ ਐਜ਼ ਅ ਕੀਰਤਨੀ ਆ, ਹੈ ਨਾ, ਤੁਸੀਂ ਕਿੱਦਾਂ ਵੇਖਦੇ ਹੋ ਆਪਣਾ ਫਿਊਚਰ, ਜਾਂ ਤੁਹਾਨੂੰ ਕੀ ਉਮੀਦਾਂ ਨੇ, ਪੰਥ ਤੋਂ ਕੀ ਉਮੀਦਾਂ ਨੇ? ਪਹਿਲਾਂ ਤਾਂ ਮੈਂ ਜੀ ਸਾਰਿਆਂ ਨੂੰ ਫਤਿਹ ਬੁਲਾਉਣਾ ਚਾਹੂੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਪਿਤਾ ਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਕੀਰਤਨ ਦੀ ਗੱਲ ਕਰਦੇ ਆ, ਕਿ ਜਿਵੇਂ ਪੁਰਾਣੇ ਰਾਗੀ ਕਰਦੇ ਸੀਗੇ ਪਿਤਾ ਭਾਈ ਬਖਸ਼ੀਸ਼ ਸਿੰਘ ਜੀ। ਸੋ ਪਹਿਲਾਂ ਮੈਂ ਵੀ ਕੀਰਤਨ ਕਰਦਾ ਸੀਗਾ, ਬਟ ਹੁਣ ਇਹਨਾਂ ਦੇ ਨਾਲ ਰਹਿ ਕੇ ਉਹ ਚੀਜ਼ਾਂ ਸੁਣੀਆਂ ਤੇ ਪਤਾ ਲੱਗਾ ਕਿ ਹਾਂ ਕੀ ਭਾਵ ਹੈ ਕੀਰਤਨ ਦੇ ਵਿੱਚ। ਹੁਣ ਇਹਨਾਂ ਨਾਲ ਰਹਿ ਕੇ ਉਹੀ ਸੁਣੀਦਾ, ਉਵੇਂ ਕੀਰਤਨ ਕਰੀਦਾ। ਮਤਲਬ ਮੇਰੇ ਕਹਿਣ ਦਾ ਭਾਵ ਇਹੀ ਆ ਕਿ ਜੋ ਕੀਰਤਨ ਪੁਰਾਣਾ ਸੀਗਾ ਨਾ, ਉਹੀ ਚੱਲਦਾ ਆਵੇ ਤਾਂ ਵਧੀਆ ਵਾ, ਉਹਦੇ ਵਿੱਚ ਬਹੁਤ ਜ਼ਿਆਦਾ ਆਨੰਦ ਆ। ਸੋ ਇੰਨਾ ਹੀ ਕਹਿਣਾ ਚਾਹੂੰਗਾ ਮੈਂ ਤਾਂ। ਅੱਛਾ, ਮੈਨੂੰ ਇਹ ਚੀਜ਼ ਦੱਸੋ, ਅਸੀਂ ਨਾ ਕਈ ਵਾਰੀ ਜਾਂਦੇ ਹੈਗੇ ਤਾਂ ਮੈਂ ਇੱਕ ਵਾਰੀ ਗਿਆ ਤੇ ਮੈਨੂੰ ਇੱਕ ਸਾਡਾ ਕੀਰਤਨ ਕਰਦਾ ਹੈਗਾ ਵੀਰ, ਉਹ ਕਹਿੰਦਾ ਮੈਨੂੰ ਉੱਥੇ ਸੰਗਤਾਂ ਕਹਿੰਦੀਆਂ ਭਾਈ ਸਾਹਿਬ ਸੁਪਰ ਹਿੱਟ ਕੀਰਤਨ ਉਹ ਕਰ ਦਿਓ, ਸੁਪਰ ਹਿੱਟ ਸ਼ਬਦਾਂ ਤੇ ਕੀਰਤਨ ਤੁਸੀਂ ਸ਼ਰਵਣ ਕਰਵਾ ਦਿਓ। ਉਹ ਕਹਿੰਦਾ, ਮੈਂ ਕਿਹਾ ਵੀ ਸੁਪਰ ਹਿੱਟ ਸ਼ਬਦ ਕਿਹੜੇ ਹੁੰਦੇ ਆ? ਤੇ ਕਹਿੰਦਾ ਉਹਨਾਂ ਨੇ ਮੈਨੂੰ 5-6 ਸ਼ਬਦਾਂ ਦੀ ਲਿਸਟ ਦੇਤੀ ਵੀ ਆਹ ਸੁਪਰ ਹਿੱਟ ਸ਼ਬਦ ਆ। ਸੋ ਤੁਸੀਂ ਕਿੱਦਾਂ ਵੇਖਦੇ ਹੋ? ਬਾਹਣੀ ਹੁਣੇ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਭਾਈ ਬਖਸ਼ੀਸ਼ ਸਿੰਘ ਜੀ ਜਦੋਂ ਕੀਰਤਨ ਕਰਦੇ ਸੀ, ਕਹਿੰਦੇ ਮਹੀਨੇ ਬਾਅਦ ਸ਼ਬਦ ਦੀ ਵਾਰੀ ਆਉਂਦੀ ਸੀ, ਇੰਨੇ ਸ਼ਬਦ ਕੰਠ ਸੀਗੇ, ਔਰ ਸਾਡੇ ਕੋਲ ਤਾਂ ਖਜ਼ਾਨਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦਾ। ਤੇ ਅੱਜ ਅਸੀਂ ਵੇਖਦੇ ਹੈਗੇ ਹਾਂ ਕਿ ਜਿਹੜੇ ਦੁਨੀਆ ਹੈਗੀ ਆ ਉਹ ਢੋਲ ਧਮੱਕੇ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੀ ਹੈ, ਸੁਣਨਾ ਪਸੰਦ ਕਰਦੀ ਆ। ਤੁਹਾਡਾ ਪਰਸਨਲ ਇੰਟਰਸਟ ਕੀ ਹੈਗਾ? ਜਿੱਦਾਂ ਰਾਗ ਦੀ ਗੱਲ ਕੀਤੀ, ਜੇ ਵਾਕਈ ਕਿਸੇ ਨੂੰ ਵੈਸੇ ਤਾਂ ਸਮਝ ਦੀ ਲੋੜ ਹੀ ਨਹੀਂ ਹੁੰਦੀ ਰਾਗ ਦੇ ਵਿੱਚ ਤਾਂ ਡੁੱਬਣਾ ਹੁੰਦਾ ਹੈ ਨਾ, ਸਮਝ ਦੀ ਤਾਂ ਲੋੜ ਉਹਨੂੰ ਪੈਂਦੀ ਹੈ ਜਿਹਦੇ ਕੋਲ ਉਹਨੇ ਕੁਝ ਕਰਨਾ ਹੋਵੇ, ਉਹਦੇ ਵਿੱਚ ਤਾਂ ਸਮਾਣਾ ਹੁੰਦਾ ਹੈਗਾ, ਡੁੱਬਣਾ ਹੁੰਦਾ, ਆਪਣੀ ਹਸਤੀ ਨੂੰ ਮਿਟਾਉਣਾ ਹੁੰਦਾ ਹੈਗਾ। ਸੋ ਤੁਸੀਂ ਕਿੱਦਾਂ ਵੇਖਦੇ ਹੋ ਇਹ ਚੀਜ਼ ਨੂੰ? ਤੁਸੀਂ ਕਿੱਦਾਂ ਜਿਹੜੇ ਰਾਗ ਦਾ ਕੀਰਤਨ ਹੈਗਾ ਉਹਦੇ ਵਿੱਚ ਡੁੱਬਣ ਵਾਲਾ ਕੀਰਤਨ ਹੈਗਾ, ਉਹਨੂੰ ਕਿੱਦਾਂ ਤੁਸੀਂ ਵੇਖਦੇ ਹੋ ਜੀ? ਜਿਵੇਂ ਅੱਜ ਕੱਲ੍ਹ ਜਿੱਦਾਂ ਰੀਤਾਂ ਚੱਲਦੀਆਂ ਹੈਗੀਆਂ, ਉਹਦੇ ਨਾਲ ਤੁਸੀਂ ਜਦੋਂ ਕੰਪੈਰੀਜ਼ਨ ਕਰਦੇ ਹੋ ਰਾਗ ਦਾ, ਤੇ ਕੀ ਮਹਿਸੂਸ ਹੁੰਦਾ ਜੀ? ਜਿਵੇਂ ਜੀ ਪਹਿਲਾਂ ਤੁਸੀਂ ਗੱਲ ਕੀਤੀ ਕਿ ਹਿੱਟ ਸ਼ਬਦਾਂ ਦੀ ਗੱਲ ਕੀਤੀ, ਮਤਲਬ ਸੰਗਤ ਇਵੇਂ ਆ ਕਿ ਜਿਹੜੇ ਸ਼ਬਦ ਚੱਲਦੇ ਆ ਰਹੇ ਸਿਰਫ ਉਹੀ ਸੁਣਦੀ ਆ,
ਜਿਵੇਂ ਪਿਤਾ ਜੀ ਵੀ ਅਸੀਂ ਗਏ ਸੀ ਕੀਰਤਨ ਕਰਨ, ਮਤਲਬ ਉਹ ਕਹਿੰਦੇ ਆ ਕਿ ਪਿਤਾ ਜੀ ਨੂੰ ਨਹੀਂ ਸੱਦਣਾ ਕਿ ਉਹ ਔਖੀ ਬਾਣੀ ਪੜ੍ਹਦੇ ਆ। ਤੇ ਮੈਂ ਵੀ ਪਹਿਲਾਂ ਇੰਨੀ ਬਾਣੀ ਨਹੀਂ ਸੀ ਪੜ੍ਹਦਾ, ਚਲੋ ਨਾ ਸਮਝ, ਚਲੋ ਹੁਣ ਪਿਤਾ ਜੀ ਨਾਲ ਰਹਿ ਕੇ ਥੋੜੀ ਸਮਝ ਆਈ। ਇਹਨਾਂ ਨਾਲ ਰਹਿ ਕੇ ਨਵੇਂ ਸ਼ਬਦ ਸੁਣੀਦੇ ਆ, ਤੇ ਇਹ ਹੈ ਕਿ ਜੋ ਨਵੇਂ ਸ਼ਬਦ ਸੁਣੀਏ ਤਾਂ ਆਪਾਂ ਵੀ ਸੰਗਤ ਨੂੰ ਸੁਣਾਵਾਂਗੇ ਤਾਂ ਸੰਗਤ ਸੁਣੇਗੀ। ਜੇ ਮਤਲਬ ਅਗਲਾ ਕੋਈ ਆਪਾਂ ਹੁਣ ਮੰਨ ਲਓ ਅਸੀਂ ਕੀਰਤਨ ਕਰ ਰਹੇ ਹਾਂ, ਅੱਗੇ ਅਸੀਂ ਵਧਣਾ ਵਾ, ਸਿਰਫ 5-6 ਸ਼ਬਦ ਕੰਠ ਕੀਤੇ ਹਰੇਕ ਜਗ੍ਹਾ ਉਹੀ ਪੜ੍ਹੀ ਜਾਵਾਂਗੇ ਤਾਂ ਸੰਗਤ ਨੇ ਤਾਂ ਕਹਿਣਾ ਹੈ ਕਿ ਹਾਂ ਉਹੀ ਸੁਣਾਓ। ਜੇ ਅਸੀਂ ਮਤਲਬ ਭਾਵੇਂ ਕਿ ਜੋ ਅਸੀਂ ਦਵਾਂਗੇ, ਜੋ ਸੁਣਾਵਾਂਗੇ ਸੰਗਤ ਨੇ, ਹੁਣ ਆਪਾਂ ਹਾਂਜੀ ਸੁਣਦੀ ਆ, ਰਾਗ ਵੀ ਸੁਣਦੇ ਆ। ਅਸੀਂ ਇੱਕ ਵਾਰ ਆਪਣੇ ਪਿੰਡ ਕੀਰਤਨ ਕਰਨ ਗਏ, ਉੱਥੇ ਅਸੀਂ ਕੀਰਤਨ ਕੀਤਾ, ਸਾਰਾ ਰਾਗਾਂ ਦੇ ਵਿੱਚ ਕੀਰਤਨ ਕੀਤਾ, ਤੇ ਇਨ ਮਹਾਰਾਜ ਦੀ ਕਿਰਪਾ ਰਹੀ, ਸਾਰੀ ਸੰਗਤ ਜੁੜੀ ਰਹੀ। ਅਸੀਂ ਕੀਤਾ ਵੀ ਰਾਗਾਂ ਦੇ ਵਿੱਚ, ਸਾਰੀ ਸੰਗਤ ਨੇ ਆਨੰਦ ਵੀ ਮਾਣਿਆ। ਅਸੀਂ ਉੱਥੇ ਦੇਖਿਆ ਕਿ ਸੰਗਤ ਇਹ ਨਹੀਂ ਕਿ ਰਾਗ ਨਹੀਂ ਸੁਣਦੀ, ਅਸੀਂ ਸੁਣਾਏ ਤਾਂ ਸੁਣੇ ਵੀ, ਸੰਗਤ ਸੁਣਦੀ ਹੈ ਜੀ। ਤੁਸੀਂ ਮੈਂ ਵੈਸੇ ਪਰਸਨਲੀ ਗੱਲ ਕਰਦਾ ਤਾਂ ਮੈਨੂੰ ਕੋਈ ਰਾਗ ਦੀ ਸਮਝ ਨਹੀਂ ਹੈਗੀ, ਪਰ ਮੈਨੂੰ ਜਦੋਂ ਕੀਰਤਨ ਕਰਦੇ ਹੋ ਖਾਸ ਤੌਰ ਦੇ ਉੱਤੇ ਜਦੋਂ ਭਾਈ ਸਾਹਿਬ ਜੀ ਦਾ ਸਟਾਈਲ ਹੈਗਾ ਤਾਂ ਮੈਨੂੰ ਬੜਾ ਚੰਗਾ ਲੱਗਦਾ ਹੈਗਾ। ਮੈਨੂੰ ਕੋਈ ਸਮਝ ਨਹੀਂ ਰਾਗ ਦੀ, ਮੈंने ਕਦੇ ਸਿੱਖਿਆ ਨਹੀਂ ਹੈਗਾ ਇਹ ਤੋਂ, ਪਰ ਮੈਨੂੰ ਚੰਗਾ ਲੱਗਦਾ ਐਜ਼ ਕੰਪੈਰੀਜ਼ਨ ਤੋਂ। ਮੈਂ ਇੱਕ ਹੋਰ ਜਿਹੜੇ ਅੱਜ ਕੱਲ੍ਹ ਦੀ ਧੁਨਾਂ ਹੋਣ, ਵੈਸੇ ਤਾਂ ਜਿੰਨੇ ਵੀ ਸਾਰੇ ਮਿਹਨਤ ਕਰਦੇ ਆ ਸਾਰੇ ਸ਼ਲਾਘਾਯੋਗ ਨੇ, ਪਰ ਵੈਸੇ ਜੇ ਅਸੀਂ ਗੱਲ ਕਰੀਏ ਤਾਂ ਮੇਰਾ ਆਪਣਾ ਪਰਸਨਲ ਮੰਨਣਾ ਹੈਗਾ ਵੀ ਇਹਨਾਂ ਨੂੰ ਕਿਸੇ ਸਮਝ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਹਦੇ ਵਿੱਚ ਤਾਂ ਡੁੱਬਣਾ ਹੁੰਦਾ, ਇੱਕ ਮਸਤਪਣਾ ਹੁੰਦਾ ਇਹਦੇ ਵਿੱਚ ਤਾਂ। ਸੋ ਬਾਈ ਜੀ ਤੁਸੀਂ ਹੁਣ ਜਿੱਦਾਂ ਹੁਣੇ ਅਸੀਂ ਗੱਲ ਕਰ ਰਹੇ ਸੀਗੇ, ਤਾਂ ਨੌਜਵਾਨ ਜਿਹੜੇ ਹੋਰ ਤੁਹਾਡੇ ਨਾਲ ਹੈਗੇ ਆ, ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਜਾਂ ਤਾਂ ਕਿਸੇ ਹੋਰ ਪਾਸੇ ਕਿਸੇ ਕਿੱਤੇ ਵੱਲ ਜੁੜ ਜਾਂਦੇ ਹੈਗੇ ਆ, ਕਿਸੇ ਨੇ ਮੰਨ ਲਓ ਕੋਈ ਪੜ੍ਹਾਈ ਕਰ ਲਈ, ਕੋਈ ਕੋਰਸ ਕਰ ਲਿਆ, ਕੋਈ ਡਾਕਟਰ ਵਕੀਲ ਇੱਧਰ ਉੱਧਰ ਚਲੇ ਜਾਂਦੇ ਹੈਗੇ ਆ। ਸੋ ਤੁਸੀਂ ਕਿੱਦਾਂ ਜੁੜੇ? ਨਵੀਂ ਪਨੀਰੀ ਦਾ ਜੁੜਨਾ ਬੜਾ ਜ਼ਰੂਰੀ ਹੈਗਾ ਜੇ ਅਸੀਂ ਕੀਰਤਨ ਨੂੰ ਅੱਗੇ ਲੈ ਕੇ ਜਾਣਾ, ਔਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈਗੀ ਆ। ਜਿਵੇਂ ਬਾਈ ਜੀ ਦੀ ਗੱਲ ਕਰਾਂ ਤਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਸ਼੍ਰੋਮਣੀ ਕੀਰਤਨੀ ਹੈ ਨਾ, ਨਾਂ ਹੀ ਬਹੁਤ ਵੱਡਾ ਹੈਗਾ, ਤੇ ਬੜਾ ਪੈਰ ਵੀ ਬੜਾ। ਇਹਦਾ ਜਵਾਬ ਮੈਂ ਦਿੰਦਾ ਤੁਹਾਨੂੰ ਹਾਂਜੀ ਵੀ ਇਹ ਜਿਹੜਾ ਹੈ ਨਾ ਕੀਰਤਨ ਦੀ ਦਾਤ ਜਿਹੜੀ ਹੈ, ਇਹ ਮਤ ਸੋਚੋ ਵੀ ਅਸੀਂ ਕਰਦੇ ਆ, ਇਹ ਅਸਲ 'ਚ ਨਾ ਸਾਡਾ ਸੰਬੰਧ ਹੈ ਗੁਰੂ ਨਾਲ, ਕੋਈ ਪੁਰਾਣਾ ਸੰਬੰਧ ਹੈ। ਹੁਣ ਬੇਟਾ ਪ੍ਰਦੀਪ ਸਿੰਘ, ਬੇਟਾ ਸਿਮਰਨਜੀਤ ਸਿੰਘ, ਇਹ ਕੋਈ ਹੁਣ ਦੇ ਥੋੜੋ ਨੇ, ਇਹ ਤੁਰੇ ਆ ਰਹੇ ਨੇ ਪਿੱਛੋਂ, ਕੋਈ ਗੁਰੂ ਨਾਲ ਸੰਬੰਧ ਹੈ ਤੇ ਗੁਰੂ ਸੇਵਾ ਲੈ ਰਹੇ ਇਹਨਾਂ ਤੋਂ। ਇਹ ਕੋਈ ਇਹ ਨਾ ਸੋਚ ਵੀ ਇਸ ਜਨਮ ਦੀ ਗੱਲ ਹੈ। ਲੇਕਿਨ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੋ ਜਾਂਦੀ ਹੈ ਨਾ, ਰਿਸਪੌਂਸਿਬਿਲਟੀ ਬਹੁਤ ਵੱਡੀ ਹੋ ਜਾਂਦੀ ਹੈ। ਬੇਨਤੀ ਕਰਦਾ ਹਾਂ ਵੀ ਜਿਸ ਤਰ੍ਹਾਂ ਸੁਣੀਦਾ ਵੀ ਮਤਲਬ ਫਲਾਨਾ ਗਾਇਕ ਪਹਿਲਾਂ ਕੀਰਤਨ ਕਰਦਾ ਸੀ ਹਨਾ, ਤੇ ਫਲਾਨਾ ਕੀਰਤਨ ਕਰਦਾ ਸੀ, ਉਹ ਕੀਰਤਨ ਛੱਡ ਕੇ, ਇਹ ਇੱਕ ਦੁਖਾਂਤ ਹੈ ਵੀ ਜਿਹੜਾ ਤੁਸੀਂ ਨਹੀਂ, ਮੈਂ ਇਹ ਨਹੀਂ ਕਹਿੰਦਾ ਮਾਇਆ ਨਹੀਂ ਚਾਹੀਦੀ, ਮਾਇਆ ਮਹਾਰਾਜ ਕਹਿੰਦੇ ਮਾਇਆ ਗੁਜਰਾਨ ਹੈ, ਪੁੱਤਰ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਇਸਤਰੀ ਈਮਾਨ ਹੈ ਹਨਾ। ਤੋ ਮਤਲਬ ਜਿਹੜਾ ਫਕੀਰ ਆ ਉਹਦਾ ਨਾ ਹਿੰਦੂ ਨਾ ਮੁਸਲਮਾਨ, ਮਹਾਰਾਜ ਕਹਿੰਦੇ ਉਹ ਤਾਂ ਇੱਕੋ ਹੀ ਹੈ। ਤੋ ਕਹਿਣ ਦਾ ਭਾਵ ਵੀ ਮਾਇਆ ਵੀ ਚਾਹੀਦੀ ਹੈ। कहते बेहतर तो है यही कि न दुनिया से दिल लगे पर क्या करें जो कामना बेदिल लगी चले। ਤੇ ਮਾਇਆ ਵੀ ਕਹਿੰਦੇ ਜ਼ਰੂਰੀ ਹੁੰਦੀ ਹੈਗੀ ਆ, ਜੇ ਦੁਨੀਆ ਮਾਤ ਲੋਕ ਦੇ ਵਿੱਚ ਆਏ ਹੈਗੇ ਤਾਂ ਇਹ ਵੀ ਲੋੜ ਹੈਗੀ ਆ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਨਾ ਨਹੀਂ ਕੀਤਾ ਹੈਗਾ, ਮਾਇਆ ਤੋਂ ਦੂਰੀ ਨਹੀਂ ਬਣਾਈ ਹੈਗੀ, ਆਪ ਵੀ ਕੀਤਾ ਹੈਗਾ, ਆਪ ਹੱਟ ਵੀ ਚਲਾਈ ਹੈਗੀ ਹੈ, ਤੇ ਉਸ ਤੋਂ ਬਾਅਦ ਆਖਰੀ ਸਮੇਂ ਜਾ ਕੇ ਕਰਤਾਰਪੁਰ ਸਾਹਿਬ ਖੇਤੀ ਵੀ ਕੀਤੀ ਹੈਗੀ ਆ। ਔਰ ਇਹੀ ਉਪਦੇਸ਼ ਦਿੱਤਾ ਕਿ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਸੋ ਮਤਲਬ ਮੈਂ ਮਾਫੀ ਚਾਹੁੰਦਾ, ਮੈਂ ਬੇਟੇ ਦੀ ਮਤਲਬ ਇਹ ਹੈ ਕਿ ਜਿਹੜਾ ਗੁਰੂ ਨੂੰ ਮੁੱਖ ਰੱਖ ਕੇ ਕੀਰਤਨ ਕਰਨਾ ਨਾ, ਗੁਰੂ ਨੂੰ ਮੁੱਖ ਰੱਖ ਕੇ, ਪਰ ਗੁਰੂ ਆਪੇ ਭੰਡਾਰੇ ਭਰਦਾ। ਇਹ ਫਿਰ ਮਤ ਸੋਚੋ ਵੀ ਸਾਨੂੰ ਕਿਸੇ ਨੇ ਭੇਟਾ ਦਿੱਤੀ ਨਹੀਂ ਦਿੱਤੀ ਹਨਾ, ਗੁਰੂ ਨੂੰ ਮੁੱਖ ਰੱਖ ਕੇ ਕੀਰਤਨ ਕਰੋ, ਗੁਰੂ ਨੂੰ ਸੁਣਾਓ। ਔਰ ਇੱਕ ਇਹ ਸੱਚੀ ਗੱਲ ਹੈ ਕਿ ਤਿੱਚਰ ਮੂਲ ਨਾ ਥੁਣੀ ਦੋ, ਜਿਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਧਨਮਾਲ। ਇਹ ਵਾਕਈ ਸੱਚੀ ਗੱਲ ਹੈਗੀ ਹੈ ਕਿ ਦਿਮਾਗ ਦੇ ਵਿੱਚ ਮਾਇਆ ਨਹੀਂ ਹੋਣੀ ਚਾਹੀਦੀ, ਦਿਮਾਗ ਦੇ ਵਿੱਚ ਨਾਮ ਹੋਣਾ ਚਾਹੀਦਾ, ਮਾਇਆ ਤਾਂ ਫਿਰ ਪਿੱਛੇ ਪਿੱਛੇ ਫਿਰਦੀ ਹੈਗੀ ਆ। ਸੋ ਸਿੰਘ ਸਾਹਿਬ, ਮੈਂ ਨਾ ਜ਼ਿੰਮੇਵਾਰੀ ਦੀ ਵੀ ਮੇਰੇ ਹੁਣ ਗੱਲ ਜ਼ਹਿਨ ਦੇ ਵਿੱਚ ਆਈ ਹੈ ਕਿ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਆ ਜਦੋਂ ਤੁਸੀਂ, ਤੁਹਾਡਾ ਨਾਂ ਦਰਬਾਰ ਸਾਹਿਬ ਦੇ ਨਾਲ ਜੁੜ ਜਾਂਦਾ ਹੈਗਾ। ਸੋ ਅਸੀਂ ਭਾਵੇਂ ਕੋਈ ਮੰਨ ਲਓ ਕਿਤੇ ਤੁਰਦੇ ਵੀ ਜਾਈਏ ਤਾਂ ਬੜਾ ਅਸੀਂ ਕਦਮ ਵੀ ਸਾਨੂੰ ਪੈਰ ਜਿਹੜਾ ਬੜਾ ਬਚਾ ਕੇ ਤੁਰਨਾ ਪੈਂਦਾ, ਕਿਉਂਕਿ ਸਾਡਾ ਨਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੇ ਨਾਲ ਜੁੜਿਆ ਹੈਗਾ। ਸੋ ਇਹ ਜਿਹੜਾ ਅਹਿਸਾਸ ਹੈਗਾ, ਇਹ ਨਵੀਂ ਪਨੀਰੀ ਦੇ ਵਿੱਚ ਵੀ ਤੁਸੀਂ ਵੇਖਦੇ ਹੋ ਜਾਂ ਤੁਸੀਂ ਮਤਲਬ ਕਿ ਤੁਹਾਨੂੰ ਆਪਣੇ ਐਕਸਪੀਰੀਅੰਸ ਦੇ ਨਾਲ ਤੁਸੀਂ ਕੀ ਨੋਟ ਕੀਤਾ? ਗੱਲ ਇਸ ਤਰ੍ਹਾਂ ਹੈ ਵੀ ਮੈਂ ਇਹਨਾਂ ਨੂੰ ਬੇਨਤੀ, ਬੇਟੇ ਨੇ ਮੇਰੇ, ਮੈਂ ਇਹਨਾਂ ਨੂੰ ਇਹ ਕਹਾਂਗਾ ਕਿ ਚਾਹੇ ਯਾਰ ਕੋਈ ਭੇਟਾ ਦੇਵੇ ਨਾ ਦੇਵੇ, ਪਰ ਤੁਸੀਂ ਇਹ ਰਾਹ ਜਿਹੜਾ ਨਾ, ਇਹ ਗੁਰੂ ਦੇ ਚਰਨ ਜਿਹੜੇ ਫੜੀ ਰੱਖਣੇ ਆ, ਸਿੱਧੀ ਜੀ ਗੱਲ ਆ, ਲੱਗੀ ਸਮਝ। ਹੁਣ ਕਈ ਥਾਵੇਂ ਐਸਾ ਹੁੰਦਾ ਵੀ ਸਾਨੂੰ ਭੇਟਾ, ਸਾਡਾ ਕਿਰਾਇਆ ਵੀ ਪੂਰਾ ਨਹੀਂ ਹੁੰਦਾ, ਫਿਰ ਕੀ ਕਹੀਏ ਉੱਥੇ।
ਤੋ ਮੈਂ ਬੱਚਿਆਂ ਨੂੰ ਇਹੀ ਬੇਨਤੀ ਕਰਦਾ, ਬੇਟੇ ਸਿਮਰਨਜੀਤ, ਬੇਟਾ ਪ੍ਰਦੀਪ ਬੜੇ ਹੋਣਹਾਰ ਨੇ, ਬੇਟਾ ਪ੍ਰਦੀਪ ਸਿੰਘ, ਬੇਟਾ ਸਿਮਰਨਜੀਤ ਸਿੰਘ, ਬੜੇ ਬੱਚੇ ਹੋਣਹਾਰ ਨੇ ਇਹ, ਤੇ ਇਹੀ ਬੇਨਤੀ ਕਰਦਾ ਇਹਨਾਂ ਨੂੰ ਵੀ ਬੇਟੇ ਮਾਇਆ ਠੀਕ ਹੈ, ਮਾਇਆ ਚਾਹੀਦੀ ਹੈ, ਪਰ ਮਾਇਆ ਦੇ ਪਿੱਛੇ ਨਹੀਂ ਭੱਜਣਾ। ਜੇ ਗੁਰੂ ਦੇ ਚਰਨ ਨਹੀਂ ਛੱਡਣੇ, ਬਸ ਗੁਰੂ ਦੇ ਚਰਨਾਂ ਨੂੰ ਫੜ ਲਓ, ਬਸ ਇਹ ਕਹਾਂਗੇ ਵੀ ਗੁਰੂ ਦੇ ਚਰਨ ਨਹੀਂ ਛੱਡਣੇ। ਜੇ ਤੁਸੀਂ ਇਹ ਕਹੋ ਵੀ ਯਾਰ ਨਹੀਂ ਕੀਰਤਨ ਨਹੀਂ ਕਰਨਾ, ਮਾਇਆ ਨਹੀਂ ਮਿਲਦੀ, ਇਹ ਨਹੀਂ ਕਰਨਾ। ਕੀਰਤਨ ਕਰੋ, ਗੁਰੂ ਨੂੰ ਸੁਣਾਓ, ਸਿੱਧੀ ਜੀ ਗੱਲ ਹੈ। ਮੇਰਾ ਵੈਸੇ ਇਸ ਸਵਾਲ ਥੋੜਾ ਜਿਹਾ ਮੈਂ ਇਸ ਵਕਤ ਤੋਂ ਕਰ ਰਿਹਾ ਸੀਗਾ ਕਿ ਜਿੱਦਾਂ ਨਾ ਮੰਨ ਲਓ ਕਿ ਅਸੀਂ ਤੁਰੇ ਜਾ ਰਹੇ ਹਾਂ, ਮੰਨ ਲਓ ਕਿ ਪਿੱਛੇ ਠੇਕਾ ਹੈਗਾ, ਤਾਂ ਅਸੀਂ ਬਹੁਤ ਦੂਰ ਹੈਗੇ ਆ ਨਾ ਸਭ ਚੀਜ਼ਾਂ ਤੋਂ, ਪਰ ਅਸੀਂ ਫਿਰ ਵੀ ਕਿਉਂਕਿ ਸਾਡਾ ਦਰ ਘਰ ਦੇ ਨਾਲ ਨਾ ਜੁੜਿਆ ਹੋਇਆ, ਤਾਂ ਅਸੀਂ ਫਿਰ ਵੀ 100 ਕਦਮ ਤੋਂ ਵੀ ਦੂਰ ਹੋ ਕੇ ਤੁਰਾਂਗੇ। ਇਸ ਪੱਖ ਤੋਂ ਵੀ ਅਸੀਂ ਬਚਾ ਕੇ, ਕਿਉਂਕਿ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ। ਇਹ ਬੜਾ ਕਠਿਨ ਤੁਹਾਡਾ ਤੁਸੀਂ ਜਿਹੜਾ ਸਵਾਲ ਪੁੱਛਿਆ ਬੜਾ ਕਠਿਨ ਹੈ। ਇਹ ਬੜਾ ਵਿਖੜ ਪੈਂਦਾ ਹੈ। ਇੱਕ ਸੱਚੇ ਪਾਤਸ਼ਾਹ ਦਾ ਸ਼ਬਦ ਆ ਗਰੀਨਵਾਜ ਦਾ, ਬਾਰ ਵਿਡਾਨੜਾ ਹੁਮਸ ਤੁਮਸ, ਬਾਰ ਵਿਡਾਨੜਾ ਹੁਮਸ ਤੁਮਸ, ਕੂਕਾਂ ਪਈਆਂ ਰਾਹੀ, ਤੋ ਸਹਿ ਸੇਤੀ ਲੱਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਬਾਰ ਵਿਡਾਨੜਾ ਹੁਮਸ ਤੁਮਸ, ਕੂਕਾਂ ਪਈਆਂ ਰਾਹੀ, ਤੋ ਸਹਿ ਸੇਤੀ ਲੱਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਇਹਦਾ ਮਤਲਬ ਹੈ ਵੀ ਸੰਸਾਰ ਦੇ ਵਿੱਚ ਬੜੇ ਕਾਮ, ਕ੍ਰੋਧ, ਲੋਭ, ਹੰਕਾਰ, ਬਹੁਤ ਰੌਲਾ ਗੋਲਾ, ਨਿੰਦਿਆ, ਚੁਗਲੀ, ਬਖੀਲੀ, ਪਰ ਮਾਰੇ ਕਹਿੰਦੇ ਨਹੀਂ, ਜਦੋਂ ਸੁਰਤੀ ਜੁੜ ਗਈ ਪਰਮੇਸ਼ਰ ਦੇ ਚਰਨਾਂ ਨਾਲ, ਤੇ ਬੜਾ ਸੌਖਾ ਹੀ ਪਾਰ ਕਰ ਲਿਆ ਇਸ ਸੰਸਾਰ ਸਮੁੰਦਰ ਨੂੰ, ਸੌਖਾ ਹੀ ਤਰ ਲਿਆ ਹੈ। ਬਹੁਤ ਚੰਗਾ ਵੀ ਲੱਗਿਆ ਹੈਗਾ। ਤੇ ਸਿਮਰਨਜੀਤ ਬਾਈ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਬਾਈ ਜੀ, ਅਸੀਂ ਗੱਲਬਾਤ ਕਰ ਰਹੇ ਸੀਗੇ, ਤੁਸੀਂ ਵੀ ਜੁੜੇ ਹੋਏ ਹੈਗੇ ਹੋ, ਕੀਰਤਨ ਸਿੱਖਦੇ ਹੋ, ਤੇ ਜਿੱਦਾਂ ਮੈਂ ਜ਼ਿੰਮੇਵਾਰੀ ਦੀ ਗੱਲ ਕੀਤੀ ਹੈ ਨਾ, ਤੁਸੀਂ ਵੀ ਆਲੇ ਦੁਆਲੇ ਬਹੁਤ ਕੁਝ ਵੇਖਦੇ ਹੋਵੋਗੇ। ਜਿਵੇਂ ਪੰਜਾਬ ਦੀ ਗੱਲ ਕਰਾਂ, ਪੰਜਾਬ ਨੂੰ ਬੜਾ ਬਦਨਾਮ ਵੀ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਨੌਜਵਾਨ ਹੈਗਾ ਉਹ ਕੁਰਾਹੇ ਪੈ ਗਿਆ ਹੈਗਾ, ਇਹੋ ਜਿਹੀਆਂ ਗੱਲਾਂ ਵੀ ਹੋਈਆਂ ਹੈਗੀਆਂ। ਸੋ ਤੁਸੀਂ ਕਿੱਦਾਂ ਵੇਖਦੇ ਹੋ ਵੀ ਤੁਹਾਡੇ ਆਲੇ ਦੁਆਲੇ ਦੇ ਤੁਹਾਡੇ ਜਿਹੜੇ ਸਾਥੀ ਹੈਗੇ ਆ, ਉਹ ਗੁਰਬਾਣੀ ਦੇ ਨਾਲ ਜਾਂ ਕੀਰਤਨ ਦੇ ਨਾਲ ਜਾਂ ਉਹਨਾਂ ਦਾ ਕਿਸ ਤਰੀਕੇ ਦਾ ਰੁਝਾਨ ਹੈਗਾ? ਵੀਰ ਜੀ, ਇਹ ਅੱਜ ਕੱਲ੍ਹ ਚਲੋ ਆਪਾਂ ਦੇਖ ਹੀ ਰਹੇ ਹਾਂ ਕਿ ਜੋ ਵੀ ਅੱਜ ਕੱਲ੍ਹ ਸੁਣਾਇਆ ਜਾ ਰਿਹਾ, ਤੇ ਜੋ ਸੁਣ ਰਹੇ ਆ ਸਾਰੇ, ਹੈ ਨਾ, ਉਹ ਇਨਪੁਟ ਲੈ ਰਿਹਾ, ਤੇ ਉਹਦੀ ਆਊਟਪੁੱਟ ਵੀ ਉਸੇ ਅਕੋਰਡਿੰਗ ਆ ਰਹੀ ਆ। ਤੇ ਜਿਹੜਾ ਕੀਰਤਨ ਦਾ ਵਿਸ਼ਾ ਹੈ ਨਾ, ਇਹ ਬਾਣੀ ਨਾ ਪਵਿੱਤਰ ਆ। ਇਹਦਾ ਵੀ ਗੱਲ ਕਰਦੇ ਹੁੰਦੇ ਕਿ ਜੇ ਇਹਨੂੰ ਪੜਾਂਗੇ ਨਾ, ਸੁਣਾਂਗੇ, ਪੜਾਂਗੇ, ਇਹਨੂੰ ਵਿਚਾਰਾਂਗੇ, ਇਹ ਉੱਥੇ ਲੈ ਜੂ ਜਿੱਥੋਂ ਆਈ ਹੈ। ਤੇ ਬਾਕੀ ਵੀਰ ਜੀ, ਸਿੱਖਿਆ ਦੀ ਗੱਲ ਆ, ਇਹ ਆਪਣੇ ਮਾਤਾ ਪਿਤਾ ਨੂੰ ਵੀ ਚਾਹੀਦਾ, ਸਭ ਤੋਂ ਵੱਡਾ ਰੋਲ ਉਹਨਾਂ ਦਾ ਹੈ। ਕਾਰਨ ਕੀ ਆ, ਹੁਣ ਅਸੀਂ ਜਦੋਂ ਛੋਟੇ ਸੀਗੇ, ਨਿੱਕੇ ਸੀਗੇ, ਸਾਨੂੰ ਉਹਨਾਂ ਨੇ ਆਦਤ ਪਾਈ ਕੀਰਤਨ ਸੁਣਨ ਦੀ, ਬਾਣੀ ਪੜ੍ਹਨ ਦੀ, ਬਾਣੀ ਕੰਠ ਕਰਨ ਦੀ। ਤੇ ਮੈਂ ਜਦੋਂ ਛੋਟਾ ਜਿਹਾ ਹੁੰਦਾ ਸੀ ਨਾ, ਉਦੋਂ ਤੋਂ ਵੀ ਸ਼ੌਂਕ ਸੀ ਇੱਦਾਂ, ਜਦੋਂ ਸ਼੍ਰੀ ਆਸਾ ਜੀ ਵਾਰ ਦਾ ਕੀਰਤਨ ਆਉਣਾ ਦਰਬਾਰ ਸਾਹਿਬ ਤੋਂ ਲਾਈਵ, ਤੇ ਮੈਂ ਜਿੰਨਾ ਕੁ ਤਬਲਾਉਣਾ ਲੈ ਕੇ ਬਹਿ ਜਾਣਾ, ਪਿਤਾ ਜੀ ਹੋਣਾ ਦੀ ਆਸਾ ਦੀ ਵਾਰ ਆਉਣੀ, ਉਹ ਮੈਂ ਉਨੇ ਚਿਰ ਤੋਂ ਲੈ ਕੇ ਸਵੇਰੇ ਸਕੂਲ ਜਾਂਦੇ ਟਾਈਮ ਤੱਕ ਉਹ ਚੀਜ਼ ਉਹਨਾਂ ਨਾਲ ਵਜਾ ਕੇ ਜਾਣੀ ਕਿ ਆਸਾ ਦੀ ਵਾਰ ਕਰਨੀ ਆ ਇੱਦਾਂ। ਹੁਣ ਉਹ ਕਿੱਥੋਂ ਆ, ਮਾਤਾ ਪਿਤਾ ਜੀ ਨੇ ਦੱਸਿਆ। ਤੇ ਹੁਣ ਵੀ ਅਸੀਂ ਅੱਗੇ ਜਿਹੜੀ ਫਰਦਰ ਸਾਡੀ ਸਿੱਖਿਆ ਚੱਲ ਰਹੀ ਹੈ, ਇਸ ਦੇ ਨਾਲ ਐਕਸਪੀਰੀਅੰਸਿਸ ਨੇ। ਕਿ ਇਹ ਤਾਂ ਇੱਕ ਜਿੱਦਾਂ ਕਿ ਸੇਵਾ ਲਾਇਆ ਗੁਰੂ ਜੀ ਨੇ ਸਾਨੂੰ, ਹੈ ਨਾ, ਆਪੇ ਵੈਸੇ ਆਪਣੀ ਸੇਵਾ ਆਪੇ ਹੀ ਲੈ ਰਹੇ ਹੋ। ਤੇ ਜਿਹੜੀ ਰਹੀ ਗੱਲ ਅੱਜ ਦੇ ਨੌਜਵਾਨਾਂ ਦੀ, ਬਾਕੀ ਚਲੋ ਮਹਾਰਾਜ ਦੇ ਭਾਣੇ 'ਚ ਆ, ਪਰ ਇਹ ਆ ਕਿ ਜੋ ਆਪਣਾ ਥੋੜ੍ਹਾ ਜਿਹਾ ਇਸ ਪੱਖ ਵੱਲ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਤੇ ਨੌਜਵਾਨਾਂ ਨੂੰ ਵੀ ਚਾਹੀਦਾ ਕਿ ਮਿਸਗਾਈਡ ਨਾ ਹੋਣ ਇਹਨਾਂ ਚੀਜ਼ਾਂ ਨੂੰ ਲੈ ਕੇ। ਲੋਕੀ ਨਾ ਇਸ ਚੀਜ਼ ਨੂੰ ਉਸ ਪੱਖ ਤੋਂ ਨਹੀਂ ਵੇਖ ਰਹੇ, ਉਹ ਸਮਝਦੇ ਥੋੜਾ ਜਿਹਾ ਨਾ ਕਿ ਇਸ ਦਾ ਲੈਵਲ ਨੀਚੇ ਆ ਜਾਂ ਇਦਾਂ। ਹੁਣ ਪਿਤਾ ਜੀ ਨੇ ਇੱਕ ਹੋਰ ਮੈਨੂੰ ਗੱਲ ਕਹੀ, ਮੈਨੂੰ ਹਾਲੇ ਵੀ ਯਾਦ ਆ ਉਦੋਂ ਸਹਿ ਸੁਭਾਅ। ਇਹਨਾਂ ਨੇ ਕਿਹਾ ਸੀ, ਪੁੱਤਰ ਮੈਂ ਨਾ ਅੱਜ ਤੱਕ ਇਸ ਕਰਕੇ ਕਦੇ ਕੀਰਤਨ ਨਹੀਂ ਕੀਤਾ, ਮੈਨੂੰ ਕਿੰਨੀ ਮਾਇਆ ਮਿਲੂ ਜਾਂ ਉੱਥੋਂ ਕਿੰਨੀ ਮਿਲਣੀ ਆ, ਹੈ ਨਾ। ਤੇ ਸਾਡੇ ਉਸਤਾਦ ਜੀ ਵੀ ਨੇ ਡਾਕਟਰ ਜਤਿੰਦਰ ਸਿੰਘ, ਉਹਨਾਂ ਦੇ ਕੋਲ ਅਸੀਂ ਕਾਫੀ ਕੁਝ ਸਿੱਖਦੇ ਹਾਂ। ਉਹ ਵੀ ਇਹ ਗੱਲ ਕਹਿੰਦੇ, ਤੇ ਪਿਤਾ ਜੀ ਨੇ ਜਦੋਂ ਮੈਨੂੰ ਗੱਲ ਕਹੀ, ਕਹਿੰਦੇ ਤੁਸੀਂ ਵੀ ਇਸ ਰਾਹ 'ਤੇ ਚੱਲਣਾ, ਆਂਦੇ ਇੱਦਾਂ ਹੀ ਸੋਚਣਾ, ਤੇ ਇਹ ਸੋਚ ਕੇ ਨਹੀਂ ਕੀਰਤਨ ਕਰਨਾ ਕਿ ਸਾਨੂੰ ਮਾਇਆ ਮਿਲੂ, ਜਾਂ ਮਾਇਆ ਤੋਂ ਵੱਖਰੀ ਇੱਕ ਹੋਰ ਵੀ ਗੱਲ ਹੁੰਦੀ ਆ, ਆਪਾਂ ਕਹਿੰਦੇ ਕਿ ਸਾਨੂੰ ਪਬਲਿਸਿਟੀ ਮਿਲੇ। ਉਹ ਇੱਕ ਹੋਰ ਪੱਖ ਉਹ ਵੀ ਆ ਜਾਂਦਾ ਵਿੱਚ ਕਿ ਆਪਾਂ ਪਬਲਿਸਿਟੀ ਦੇ ਕਰਕੇ, ਮਾਇਆ ਦੇ ਕਰਕੇ ਆਪਾਂ ਇਸ ਲਾਈਨ ਨੂੰ ਫੜਦੇ ਹਾਂ, ਉਹ ਫਿਰ ਗਲਤ ਰਾਹ ਪੈ ਜਾਂਦੇ ਆਪਾਂ। ਉਹ ਛੋਟਾ ਰਾਹ ਹੈ, ਉਸ ਦੇ ਵਿੱਚ ਬਸ ਐਂਡ ਜਲਦੀ ਹੀ ਆ ਜਾਂਦਾ, ਠੀਕ ਹੈ। ਤੇ ਬਾਣੀ ਨੇ ਆਪਾਂ ਚਲੋ ਅਨਲਿਮਿਟਡ ਚੀਜ਼ ਨਾਲ ਜੋੜਨਾ, ਜੋ ਅਕਾਲ ਪੁਰਖ ਹੈਗਾ, ਤੇ ਇਸ ਚੀਜ਼ ਨਾਲ ਆਪਾਂ ਜੁੜੇ ਰਹੀਏ। ਤੇ ਨੌਜਵਾਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਜੁੜਨਾ ਚਾਹੀਦਾ। ਇਹ ਇੱਕ ਜਿਹੜੀ ਇਹਦੇ ਵਿੱਚ ਖੁਸ਼ੀ ਵੀ ਮਿਲਣੀ ਹੈ ਨਾ, ਇਹ 'ਚ ਰਸ ਵੀ ਮਿਲਣਾ, ਉਹ ਵੀ ਅਨਲਿਮਿਟਡ ਆ। ਬਾਕੀ ਚੀਜ਼ਾਂ ਤਾਂ ਲਿਮਿਟਡ ਨੇ ਨਾ, ਹੈ ਨਾ। ਤੇ ਇੰਨੀ ਕੀ ਬੇਨਤੀ ਆ, ਤੇ ਸਭ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਆਖਰ ਦੇ ਵਿੱਚ ਕੋਈ ਸ਼ਬਦ ਸੁਣਾ ਦਿਓ ਜਿਹਦੇ ਵਿੱਚ ਤਿੰਨਾਂ ਦੀ ਸ਼ਮੂਲੀਅਤ ਹੋਵੇ, ਕੋਈ ਸੰਗਤਾਂ ਵੀ ਆਨੰਦ ਮਾਣ ਸਕਣਗੀਆਂ ਜੀ। ਕੋਈ ਵੀ ਸ਼ਬਦ ਹੋਵੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੋਵੇ ਜੀ। ਕਿਹੜਾ ਬਤਾਈ ਜਲਦ ਦੱਸਣ, ਸੁਣਾਓ।
ਕੋਈ ਵੀ ਜਿਹੜਾ ਇਸ ਵਕਤ ਜ਼ਿਹਨ ਦੇ ਵਿੱਚ ਆ ਰਿਹਾ ਹੋਵੇ। ਸੋ ਇਹਨਾਂ ਚੇਤਾ ਕਰਦੇ ਆ ਤਾਂ ਮੈਂ ਹਾਲਾਤ ਦੱਸਦੇ ਆ। ਦਿੱਲੀ ਦੀਆਂ ਬਰੂਹਾਂ ਦੇ ਉੱਤੇ ਅਸੀਂ ਇਸ ਵਕਤ ਡਟੇ ਹੋਏ ਹਾਂ ਜੀ, ਔਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਵਾਰਸ ਆਏ ਹੋਏ, ਔਰ ਗੱਲ ਕਰ ਰਹੇ ਸੀਗੇ ਕਿ ਕਦੇ ਵੀ ਮਾਇਆ ਦੇ ਪਿੱਛੇ ਨਹੀਂ ਕੀਰਤਨੀਏ ਨੂੰ ਕੰਮ ਕਰਨਾ ਚਾਹੀਦਾ, ਕੀਰਤਨ ਕਰਨਾ ਚਾਹੀਦਾ। ਔਰ ਸਾਡੇ ਕੋਲੋਂ ਤਾਂ ਉਦਾਹਰਨ ਵੀ ਹੈ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਜਿਨ੍ਹਾਂ ਕੋਲ ਕਹਿੰਦੇ ਕਿ ਨਾ ਮਾਂ ਸੀ ਨਾ ਪਿਓ ਸੀ, ਪਰ ਅੱਜ ਸਾਰਿਆਂ ਦੇ ਉਹ ਆਪ ਮਾਂ ਪਿਓ ਬਣੇ ਹੋਏ ਨੇ। ਔਰ ਸਾਰੀ ਦੁਨੀਆ ਦੇ ਵਿੱਚ ਬੇਸ਼ੱਕ ਕਿਤੇ ਵੀ ਬੰਦਾ ਹੋਵੇ, ਕਿਤੇ ਹੋਰ ਤਾਂ ਭੁੱਖਾ ਸੋ ਸਕਦਾ, ਪਰ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਦੇ ਵਿੱਚ ਬੰਦਾ ਕਦੇ ਭੁੱਖਾ ਨਹੀਂ ਸੋ ਸਕਦਾ। ਹਾਂਜੀ, ਕਰਦੀ ਜੀ ਕੀਰਤਨ ਦੀ ਕਿਰਪਾ। ਹੁਣ ਇੱਕ ਬੰਦਸ਼ ਪਿਤਾ ਜੀ ਹੋਰਾਂ ਦੀ, ਵਾਹ ਵਾਹ, ਸੱਚਖੰਡ ਵਾਸੀ ਪਿਤਾ ਜੀ ਭਾਈ ਬਖਸ਼ੀਸ਼ ਸਿੰਘ ਜੀ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ। ਰੰਗ ਕਸੁੰਭੇ ਫੁੱਲੀ, ਰੰਗ ਕਸੁੰਭੇ ਫੁੱਲ ਛੱਡ ਗਵਾਇਆ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਮਿੱਤਰ ਪਿਆਰਾ ਛੱਡ ਗਵਾਇਆ। ਸਜਣ ਕੀ ਮੈਂ ਕੀ ਮੁਨ ਪਾਉਂਦੀ, ਤਾਂ ਸਜਣ ਕੀ ਮੈਂ ਕੀ ਮੁਨ ਪਾਉਂਦੀ। ਹਾਂ ਤੁਧ ਬਿਨ ਅਢ ਨਾ ਲਹੰਦੀ, ਛੱਡ ਗਵਾਇਆ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਭੇ ਭੁੱਲੇ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਭੇ ਭੁੱਲੀ। ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹਾਂ ਤੁਧ ਬਿਨ ਅਢ ਨਾ ਲਹੰਦੀ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਭੇ ਭੁੱਲੀ। ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹਾਂ ਤੁਧ ਬਿਨ ਅਢ ਨਾ ਲਹਿੰਦੀ। ਬਹੁਤ ਖੂਬ, ਉਮੀਦ ਹੈ ਜੀ ਤੁਹਾਨੂੰ ਇਹ ਮੁਲਾਕਾਤ ਬਹੁਤ ਚੰਗੀ ਲੱਗੀ ਹੋਵੇਗੀ। ਸੋ ਇਸੇ ਤਰੀਕੇ ਦੇ ਨਾਲ ਅਸੀਂ ਖੂਬਸੂਰਤ ਇਹੋ ਜਿਹੀਆਂ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ ਜੀ। ਜੁੜੇ ਰਹੋ ਉਸ ਪਰਮਾਤਮਾ ਦੀ ਯਾਦ ਦੇ ਵਿੱਚ। ਅਕਾਲ ਚੈਨਲ ਨੂੰ ਦਿਓ ਅਸੀਸ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।